ਚੈਪਟਰ 26 ਦੇ ਵਿੱਚ ਅਸੀਂ ਪਹੁੰਚ ਚੁੱਕੇ। ਸੋ ਅਸੀਂ ਦੇਖ ਹਟੇ ਹਾਂ ਕਿ ਜਿਹੜੀ ਪ੍ਰਭੂ ਨੇ ਉਹਨਾਂ ਨੂੰ ਧਰਤੀ ਦੇਣੀ ਆ, ਉਸਦੇ ਸਾਰੇ ਨਿਯਮ ਪ੍ਰਭੂ ਨੇ ਉਹਨਾਂ ਨੂੰ ਦੇ ਦਿੱਤੇ ਆ। ਉਹ ਜਿਹੜੀ ਧਰਤੀ ਆ ਉਹ ਪ੍ਰਭੂ ਦੀ ਧਰਤੀ ਆ, ਉਸਨੂੰ ਸਦਾ ਦੇ ਲਈ ਉਹ ਵੇਚ ਨਹੀਂ ਸਕਦੇ। ਔਰ ਜੇ ਕਿਸੇ ਨੇ ਉਹ ਵੇਚੀ ਵੀ ਆ ਤੇ ਅਸੀਂ ਦੇਖਿਆ ਕਿ ਉਸਦੇ ਲਈ ਪ੍ਰਭੂ ਨੇ ਕੀ ਰੂਲ ਤੇ ਰੈਗੂਲੇਸ਼ਨਸ ਬਣਾਏ। ਔਰ ਇੱਕ ਸਵਾਲ ਮੈਨੂੰ ਕਿਸੇ ਨੇ ਪੁੱਛਿਆ ਸੀਗਾ, ਸੋ ਉਸ ਇੱਕ ਬੰਦੇ ਨੇ ਜਿਹਨੇ 50,000 ਦਿੱਤੇ ਆ ਤਾਂ ਫਿਰ ਉਹਨੂੰ ਤਾਂ ਘਾਟਾ ਪੈਂਦਾ ਪਿਆ? ਨਹੀਂ, ਘਾਟਾ ਨਹੀਂ ਪੈਂਦਾ ਪਿਆ। ਘਾਟਾ ਕਿਉਂ ਨਹੀਂ ਪੈਂਦਾ ਪਿਆ? ਕਿਉਂਕਿ ਉਸ ਬੰਦੇ ਨੇ ਜਿਹਨੇ ਆਪਣੀ ਜ਼ਮੀਨ ਉਸਨੂੰ ਦਿੱਤੀ ਆ, ਉਸ ਜ਼ਮੀਨ ਦੀ ਜਿਹੜੀ ਪੈਦਾਵਾਰ ਆ ਉਹ ਖਾ ਰਿਹਾ, ਉਹਦੀ ਪੈਦਾਵਾਰ ਉਹ ਖਾ ਰਿਹਾ। ਸੋ ਕਹਿਣ ਦਾ ਕੀ ਮਤਲਬ ਆ, ਅਸੀਂ ਜਿਹੜਾ ਸਾਡੀ ਦੁਨਿਆਵੀ ਜਿਹੜਾ ਰੂਲ ਆ ਉਹ ਸਾਡਾ ਇਹ ਆ ਕਿ ਅਸੀਂ ਧਰਤੀ ਚੋਂ ਫਸਲ ਪੈਦਾ ਕਰਦੇ ਹਾਂ। ਪ੍ਰਭੂ ਕਹਿੰਦਾ ਕਿ ਨਹੀਂ, ਤੁਸੀਂ ਧਰਤੀ ਦੀ ਸੇਵਾ ਨਹੀਂ ਕਰਦੇ ਪਏ, ਪਰ ਇਹ ਧਰਤੀ ਤੁਹਾਡੀ ਸੇਵਾ ਕਰਦੀ, ਇਹ ਧਰਤੀ ਤੁਹਾਨੂੰ ਪਾਲਦੀ। ਸੋ ਉਲਟਾ ਅਸੀਂ ਕਹਿੰਦੇ ਅਸੀਂ ਸੇਵਾ ਕੀਤੀ ਆ ਤੇ ਤਾਂ ਫਸਲ ਨਿਕਲੀ ਆ। ਪ੍ਰਭੂ ਕਹਿੰਦਾ ਨਹੀਂ, ਇਸ ਹਾਂ ਤੁਸੀਂ ਦੇਖ ਰੇਖ ਕੀਤੀ ਆ, ਤੁਸੀਂ ਬੀਜਿਆ, ਲੇਕਿਨ ਬਾਕੀ ਦਾ ਸਾਰਾ ਕੰਮ ਮੈਂ ਕੀਤਾ। ਇਸ ਕਰਕੇ ਸੋ 26ਵਾਂ ਭਾਵ ਅਸੀਂ ਦੇਖਣ ਜਾ ਰਹੇ ਹਾਂ। ਅਸੀਂ ਪਹਿਲਾਂ 13 ਆਇਤਾਂ ਦੇਖਾਂਗੇ। ਮੈਂ ਪੜ੍ਹਦੇ ਮਾਸਟਰ ਜੀ। ਗੋ ਹੈਡ ਮੇਰੀ ਭੈਣ। ਹਾਂਜੀ। ਆਗਿਆਕਾਰੀ ਦੀਆਂ ਅਸੀਸਾਂ। ਪ੍ਰਭੂ ਨੇ ਮੂਸਾ ਨੂੰ ਕਿਹਾ, ਤੁਸੀਂ ਆਪਣੇ ਲਈ ਕਿਸੇ ਤਰ੍ਹਾਂ ਦੇ ਬੁੱਤ ਘੜੇ ਹੋਏ ਜਾਂ ਉਕਰੇ ਹੋਏ ਜਾਂ ਖੜੇ ਕੀਤੇ ਨਾ ਬਣਾਉਣਾ, ਤੇ ਨਾ ਹੀ ਚਟਾਨਾਂ ਦੇ ਵਿੱਚ ਖੁਦੇ ਹੋਏ ਕਿਸੇ ਤਰ੍ਹਾਂ ਦੇ ਦੇਵਤੇ ਆਪਣੀ ਪੂਜਾ ਦੇ ਲਈ ਬਣਾਉਣਾ। ਮੈਂ ਪ੍ਰਭੂ ਤੁਹਾਡਾ ਪਰਮੇਸ਼ਰ ਹਾਂ। ਤੁਸੀਂ ਮੇਰੇ ਸਭ ਤਿਉਹਾਰਾਂ ਨੂੰ ਮਨਾਉਣਾ ਤੇ ਮੇਰੇ ਪਵਿੱਤਰ ਥਾਂ ਦਾ ਆਦਰ ਕਰਨਾ। ਜੇਕਰ ਤੁਸੀਂ ਮੇਰੀਆਂ ਵਿਧੀਆਂ ਅਤੇ ਆਗਿਆਵਾਂ ਦੀ ਪਾਲਣਾ ਕਰੋਗੇ ਤਾਂ ਮੈਂ ਤੁਹਾਡੀ ਫਸਲ ਲਈ ਸਮੇਂ ਤੇ ਮੀਂਹ ਵਰਾਵਾਂਗਾ ਤੇ ਤੁਹਾਡੇ ਖੇਤਾਂ ਵਿੱਚ ਬਹੁਤ ਅਨਾਜ ਪੈਦਾ ਕਰਾਂਗਾ ਅਤੇ ਤੁਹਾਡੇ ਰੁੱਖ ਫਲਦਾਰ ਹੋਣਗੇ। ਤੁਹਾਡੀ ਗਹਾਈ ਅੰਗੂਰਾਂ ਦੇ ਫਲ ਤੋੜਨ ਤੱਕ ਰਹੇਗੀ ਅਤੇ ਅੰਗੂਰਾਂ ਦੀ ਫਸਲ ਬਿਜਾਈ ਤੱਕ ਰਹੇਗੀ, ਤਾਂ ਤੁਸੀਂ ਪੇਟ ਭਰ ਕੇ ਖਾਵੋਗੇ ਤੇ ਆਰਾਮ ਨਾਲ ਰਹੋਗੇ। ਮੈਂ ਤੁਹਾਡੀ ਧਰਤੀ ਤੇ ਅਮਨ ਚੈਨ ਘੱਲਾਂਗਾ ਅਤੇ ਤੁਸੀਂ ਆਰਾਮ ਨਾਲ ਬਿਨਾਂ ਕਿਸੇ ਦੇ ਡਰ ਦੇ ਰਹਿ ਸਕੋਗੇ। ਮੈਂ ਤੁਹਾਡੀ ਧਰਤੀ ਤੋਂ ਜੰਗਲੀ ਜਾਨਵਰ ਖਤਮ ਕਰ ਦੇਵਾਂਗਾ ਅਤੇ ਯੁੱਧ ਤੁਹਾਡੇ ਲੋਕਾਂ ਤੋਂ ਦੂਰ ਕਰ ਦੇਵਾਂਗਾ। ਤੁਸੀਂ ਆਪਣੇ ਵੈਰੀਆਂ ਦਾ ਪਿੱਛਾ ਕਰੋਗੇ ਅਤੇ ਉਹਨਾਂ ਨੂੰ ਆਪਣੀ ਤਲਵਾਰ ਨਾਲ ਮਾਰ ਸੁੱਟੋਗੇ। ਤੁਹਾਡੇ 5 ਯੋਧੇ ਸੈਂਕੜਿਆਂ ਤੇ ਭਾਰੀ ਹੋਣਗੇ ਤੇ ਸੈਂਕੜੇ ਹਜ਼ਾਰਾਂ ਨੂੰ ਹਰਾ ਦੇਣਗੇ। ਤੁਸੀਂ ਆਪਣੇ ਵੈਰੀਆਂ ਨੂੰ ਆਪਣੀ ਤਲਵਾਰ ਨਾਲ ਨਾਸ਼ ਕਰ ਦੇਵੋਗੇ। ਮੈਂ ਆਪਣੇ ਨੇਮ ਅਨੁਸਾਰ ਤੁਹਾਨੂੰ ਵਧਾਵਾਂ ਫੈਲਾਵਾਂਗਾ ਤੇ ਅਸੀਸ ਦੇਵਾਂਗਾ। ਤੁਹਾਡੀ ਫਸਲ ਇੰਨੀ ਅਦਿੱਖ ਹੋਵੇਗੀ ਕਿ ਨਵੀਂ ਦੇ ਆਉਣ ਤੱਕ ਤੁਸੀਂ ਪੁਰਾਣੀ ਖਾਵੋਗੇ, ਸਗੋਂ ਬਚੀ ਹੋਈ ਬਾਹਰ ਵੀ ਸੁੱਟੋਗੇ। ਮੈਂ ਤੁਹਾਡੇ ਨਾਲ ਰਹਾਂਗਾ ਅਤੇ ਤੁਹਾਨੂੰ ਢਹਿਣਾ ਨਹੀਂ ਕਰਾਂਗਾ। ਮੈਂ ਤੁਹਾਡੇ ਨਾਲ ਹਰ ਥਾਂ ਜਾਵਾਂਗਾ ਅਤੇ ਮੈਂ ਤੁਹਾਡਾ ਪਰਮੇਸ਼ਰ ਹੋਵਾਂਗਾ। ਤੁਸੀਂ ਮੇਰੇ ਲੋਕੀ। ਮੈਂ ਪ੍ਰਭੂ ਤੁਹਾਡਾ ਪਰਮੇਸ਼ਰ ਹਾਂ, ਜੋ ਤੁਹਾਨੂੰ ਮਿਸਰ ਦੇਸ਼ ਦੀ ਗੁਲਾਮੀ ਤੋਂ ਛੁਡਾ ਕੇ ਲਿਆਇਆ ਹਾਂ। ਮੈਂ ਤੁਹਾਡੀਆਂ ਧੌਣਾਂ ਦੇ ਜੂੜਿਆਂ ਨੂੰ ਤੋੜ ਦਿੱਤਾ ਹੈ ਕਿ ਤੁਸੀਂ ਸਿੱਧੇ ਖੜੇ ਹੋ ਸਕੋ। ਆਮੀਨ। ਇੱਥੇ ਦੇ ਪੜ੍ਹਨੇ ਹੁਣ ਅਸੀਂ ਕੀ ਇੱਥੇ ਦੇਖਦੇ ਪਏ? ਅਸੀਂ ਇੱਥੇ BC ਦੇ ਵਿੱਚ ਬੈਰੀ ਬੀਜਦੇ ਔਰ ਅਸੀਂ ਸ਼ੁਰੂ ਹੋ ਜਾਂਦੇ ਹਾਂ ਬੇਸਿਕਲੀ ਫਰਵਰੀ ਦੇ ਵਿੱਚ ਸ਼ੁਰੂ ਹੋ ਜਾਂਦਾ ਸਾਰਾ। ਹਾਲ ਤੱਕ ਠੰਡ ਹੁੰਦੀ ਹੈ, ਉਹਨੂੰ ਟ੍ਰਿਮ ਕਰਨਾ, ਤੇ ਟ੍ਰਿਮ ਕਰਨ ਤੋਂ ਬਾਅਦ ਉਹ 'ਤੇ ਸਪਰੇਅ ਕਰਨੀ ਕਿ ਇਹਨੂੰ ਉੱਲੀ ਨਾ ਪੈ ਜਾਵੇ। ਫਿਰ ਜੇ ਥੱਲੇ ਉਹਦੇ ਗੱਭੇ ਘਾਹ ਮਾਰਨ ਵਾਲੀ ਸਪਰੇਅ ਕਰਨੀ ਹੈ। ਫਿਰ ਇੱਥੇ ਇੱਕ ਬੇਲਾਂ ਜੀਆਂ ਚੜ੍ਹ ਜਾਂਦੀਆਂ, ਫਿਰ ਉਹਦੀ ਸਪਰੇਅ 3 ਵਾਰੀ ਹੋਣੀ ਹੈ। ਤੀਜੀ ਵਾਰੀ ਹੁਣ ਬੇਰੀ ਤੋੜਨੀ ਸ਼ੁਰੂ ਹੋਣੀ ਆ ਤੇ ਹੁਣ ਤੀਸਰੀ ਵਾਰੀ ਉਹਨਾਂ ਨੇ ਕਰ ਦਿੱਤੀ ਹੈ ਕਿ ਜਿਸ ਲਈ ਬੇਰੀ ਟੁੱਟਣ ਲੱਗ ਪੈਣੀ ਆ, ਫਿਰ ਤੁਸੀਂ ਉਹ ਸਪਰੇਅ ਨਹੀਂ ਕਰ ਸਕਦੇ। ਉਹ ਬਹੁਤ ਡੇਂਜਰਸ ਸਪਰੇਅ। ਫਰਟੀਲਾਈਜ਼ਰ ਪੈਣੇ, ਕੀੜੇ ਮਾਰਨ ਵਾਲੀਆਂ ਸਪਰੇਆਂ 3 ਤੋਂ 5 ਵਾਰੀ ਹੋਣੀਆਂ। ਉੱਲੀ ਮਾਰਨ ਵਾਲੀਆਂ ਸਪਰੇਆਂ ਘੱਟੋ ਘੱਟ 5 ਤੋਂ 6 ਵਾਰੀ ਹੋਣੀਆਂ। ਔਰ ਫਿਰ ਵੀ ਖਰੇ ਬੈਰੀ ਦੀ ਪ੍ਰਾਈਸ ਮਿਲਣੀ ਹੈ ਕਿ ਨਹੀਂ ਮਿਲਣੀ। ਫਾਰਮਰ ਨੂੰ ਉਸ ਦਿਨ ਤੱਕ ਨਹੀਂ ਪਤਾ ਹੁੰਦਾ ਜਿਸ ਦਿਨ ਤੱਕ ਕਿ ਉਹਦੀ ਬੈਰੀ ਉੱਥੇ ਪਹੁੰਚ ਨਹੀਂ ਜਾਣੀ,
क्योंकि हर साल कोई ना कोई नवी बीमारी आउंदी है, हर साल कोई ना कोई नवा कीड़ा आउंदा जिहड़ा उन्हां दे नाल पहलियां दवाइयां दे नाल नहीं मरदा। ਜਦੋਂ मैं फार्म दे विच काम करदा सी ते रसबेरी दे उत्ते एक स्प्रे हुंदी सी, बहुत डेंजरस स्प्रे हुंदी सी। ਉਹ तेले वास्ते हुंदी सी, एफड वास्ते। और जिसलिए ਅਸੀਂ ਉਹ स्प्रे कर ਦਿੰਦੇ ਸੀਗੇ ਤਾਂ ਜਿਹੜਾ ਤੇਲਾ ਜਿਹਨੂੰ ਪਾਰ ਆ ਚੁੱਕੀ ਉਹ ਉੜਦਾ ਪਿਆ, ਕੋਸ਼ਿਸ਼ ਹੁੰਦੀ ਸੀ ਕਿ ਪਾਰ ਆਉਣ ਤੋਂ ਪਹਿਲਾਂ ਇਹਨੂੰ ਮਾਰਿਆ ਜਾਵੇ। ਜਿਹੜੀਆਂ ਸੁੰਡੀਆਂ ਆ ਉਹ ਮਰ ਗਈਆਂ, ਉਹ ਮਰ ਗਈਆਂ, ਪਰ ਜਿਹੜੇ ਆਂਡਿਆਂ ਤੇ ਉਹ ਪੈ ਜਾਂਦੀ ਸੀ ਵੀ ਜਿਹੜੇ ਉਹਦੇ ਵਿੱਚੋਂ ਤੇਲਾ ਨਿਕਲਦਾ ਸੀ ਉਹ ਸੇਮ ਦਵਾਈ ਦੇ ਨਾਲ ਨਹੀਂ ਮਰਦਾ ਸੀ। ਫਿਰ ਉਹ ਤੋਂ ਡੇਂਜਰਸ ਕਰਨੀ ਪੈਂਦੀ ਸੀ। ਔਰ ਸੋਚੋ ਕਿ ਉਹ ਸਾਰਿਆਂ ਦੀਆਂ ਸਾਰੀਆਂ ਸਾਡੇ ਖਾਣਿਆਂ ਦੇ ਵਿੱਚ। ਔਰ ਇਹ ਮੈਂ ਤੁਹਾਨੂੰ ਉਦਾਹਰਨ ਉਸ ਮੁਲਕ ਦੀ ਦਿੱਤੀ ਹੋਈ ਹੈ ਜਿੱਥੇ ਅਸੀਂ ਐਨ ਪਹਿਲਾਂ ਕੋਰਸ ਕਰਨੇ ਪੈਂਦੇ ਆ, ਫਿਰ ਐਨ ਤੋਲ ਕੇ ਉਹ ਦਵਾਈਆਂ ਪਾਉਣੀਆਂ ਪੈਂਦੀਆਂ ਗ੍ਰਾਮਾਂ ਦੇ ਨਾਲ। ਜਿੱਥੇ ਅੰਨ੍ਹੇਵਾਹ ਕਰੀ ਜਾਂਦੇ ਉੱਥੇ ਦਾ ਕੀ ਹਾਲ। ਸੋ ਮੈਂ ਕੀ ਕਹਿ ਰਿਹਾ ਕਿ ਇਹ ਫਸਲ ਅਸੀਂ ਪਾਲਦੇ ਪਏ, ਪਰ ਇਹ ਫਸਲ ਪ੍ਰਭੂ ਪਾਲਦਾ ਪਿਆ। ਤੁਸੀਂ ਫਰਕ ਦੇਖੋ कि फसल उन्होंने बीज दी आ, प्रभु ने समय सिर मीह भराउणा, जिन्ना चाहिए उन्ना मीह भराउणा। प्रभु ने उस हर एक पौधे दे लई किसी ना किसी तरीके दे नाल खुराक उत्थे लैके जानी है। प्रभु ने उस पौधे नूं जां उस दरख्त नूं तकड़ा करना जां उस वेल नूं तकड़ा करना। प्रभु ने उसनूं चंगा फल लाउणा। प्रभु ने ठीक समय सिर फल पैदा करने ते एक दा फल मुकदा पिया ते दूजी दा जिहड़ा फल शुरू हो गया, ओदा फल मुकदा पिया ते अगली दा फल शुरू हो गया। प्रभु ने उसनूं जानवरां तो बचाउणा। प्रभु ने उन्हां नूं इन्नी फसल देनी है कि उन्हां नूं सुट्टणे पैण। पर शर्त की आ, जो मेरी शरण दे विच रहिंदा, जो परम प्रधान दी शरण दे विच रहिंदा और जो उस परम प्रधान नूं प्यार करदा, उस दे लई आ सारियां बरकतां। पर जिसने अपने रस्ते लभणे आ ते प्रभु ने हुण ये कहना कि मेरे तो बाहर होके ਤੁਹਾਨੂੰ ਹੁਣ ਕੀ ਮਿਲਣਾ। ਇਹਦੇ ਮਹਿਸੂਸ ਇਦਾਂ ਹੋਣਾ ਜਿੱਦਾਂ ਪ੍ਰਭੂ ਸਜ਼ਾਵਾਂ ਦਿੰਦਾ ਪਿਆ। ਪ੍ਰਭੂ ਮੈਂ ਤੁਹਾਨੂੰ ਇੰਨੀ ਵਾਰੀ ਦੱਸ ਸਕਿਆ ਕਿ ਪ੍ਰਭੂ ਦੀ ਸਜ਼ਾ ਕੋਈ ਨਹੀਂ ਝੱਲ ਸਕਦਾ। ਇਹ ਸਿਰਫ ਇਹ ਚੀਜ਼ ਹੈ ਕਿ ਜਿਸਲੇ ਅਸੀਂ ਉਹਦੀ ਛਾਇਆ ਤੋਂ ਪਰਾਂ ਹੋ ਜਾਂਦੇ ਆ ਤੇ ਫਿਰ ਉਹ ਆਪਣੇ ਹੱਥ ਪਰਾਂ ਕਰ ਲੈਂਦਾ ਕਿ ਭਾਈ ਤੂੰ ਕਰਕੇ ਦੇਖ ਲਾ, ਤੂੰ ਵੀ ਚਾਹ ਲਾ ਲਾ, ਤੂੰ ਵੀ ਚਾਹ ਲਾ ਲਾ। लेकिन उसनूं पता हुंदा कि इन्हें जिसले वापस मुड़ना तो मैं ये नहीं कहना कि देखा और मैं ये वापस आउंदे ते मैं जख्म जोड़ गया, हुण मैनूं दुगना काम करना ये चीज। सो हुण असीं देखिया कि प्रभु की करदा प्यार। मैं तुहानूं उदाहरण दित्ती कि जिहड़ियां फसलां असीं पालदे हां और इन द एंड बेसिकली असीं जहर पालते पे, जिन्हां तो नवीं बीमारियां पैदा हो रही। और एक जिहड़ा सब कुछ प्रभु उन्हां नूं पाल के दे रहा, फलदार कर रहा, हर एक चीज़ की राखी करदा पिया, हर एक चीज़ तो उन्हां नूं बचा के रखदा पिया और उन्हां नूं अश्योरेंस दिंदा पिया कि तुहाडे कोल इन्ना होएगा कि तुसीं सुटोगे, तुसीं सुटोगे, तुसीं अपने वैरियां ते भारू होवोगे, मैं तुहाडे नाल होवांगा। पर परम प्रधान की शरण विच रहन वाला ये सारियां असीसां प्राप्त करेगा। पर जिसने अपना हुण रस्ता चुनिया, जिसनूं आग्याकारी किया जांदा, उसनूं आओ आपां। और ये बहुत लंबा आ, सो आओ असीं पहलां इसनूं देखिए 30 आयत तक, 26 आयत तक, फिर गां देखिए।
ਅਵਗਿਆਕਾਰੀ ਦੀ ਸਜ਼ਾ। ਪ੍ਰਭੂ ਨੇ ਅੱਗੇ ਕਿਹਾ, ਪਰ ਜੇਕਰ ਤੁਸੀਂ ਮੇਰੀ ਨਹੀਂ ਸੁਣੋਗੇ ਅਤੇ ਮੇਰੀਆਂ ਆਗਿਆਵਾਂ ਨੂੰ ਨਹੀਂ ਮੰਨੋਗੇ ਅਤੇ ਮੇਰੀਆਂ ਵਿਧੀਆਂ ਤੇ ਨਿਯਮਾਂ ਨੂੰ ਛੱਡ ਦੇਵੋਗੇ ਜਾਂ ਘਿਰਣਾ ਕਰੋਗੇ ਅਤੇ ਮੇਰੀਆਂ ਆਗਿਆਵਾਂ ਅਨੁਸਾਰ ਨਾ ਚੱਲ ਕੇ ਮੇਰੇ ਤੁਹਾਡੇ ਨਾਲ ਕੀਤੇ ਨੇਮ ਨੂੰ ਤੋੜ ਦੇਵੋਗੇ, ਤਾਂ ਮੈਂ ਤੁਹਾਨੂੰ ਇਹਨਾਂ ਰੋਗਾਂ ਨਾਲ ਸਜ਼ਾ ਦੇਵਾਂਗਾ: ਡਰ, ਖਈ ਰੋਗ, ਅੱਖੀਆਂ ਦਾ ਰੋਗ, ਅੰਦਰ ਦਾ ਰੋਗ। ਅਤੇ ਤੁਸੀਂ ਆਪਣੀ ਫਸਲ ਬੀਜੋਗੇ ਤਾਂ ਸਹੀ, ਪਰ ਤੁਹਾਡੀ ਥਾਂ ਉਸ ਨੂੰ ਖਾਣਗੇ ਤੁਹਾਡੇ ਵੈਰੀ। ਤਦ ਮੈਂ ਤੁਹਾਡੇ ਵਿਰੁੱਧ ਹੋ ਜਾਵਾਂਗਾ ਅਤੇ ਤੁਹਾਡੇ ਵੈਰੀ ਅਤੇ ਘਿਰਣਾ ਕਰਨ ਵਾਲੇ ਤੁਹਾਡੇ ਤੇ ਜਿੱਤ ਪ੍ਰਾਪਤ ਕਰਕੇ ਤੁਹਾਡੇ ਉੱਤੇ ਸ਼ਾਸਨ ਕਰਨਗੇ। ਤੁਸੀਂ ਐਵੇਂ ਡਰਦੇ ਮਾਰੇ ਇੱਧਰ ਉੱਧਰ ਖੱਜਲ ਹੋਵੋਗੇ। ਪਰ ਜੇਕਰ ਤੁਸੀਂ ਮੇਰੀ ਇਸ ਸਜ਼ਾ ਦੀ ਵੀ ਪਰਵਾਹ ਨਹੀਂ ਕਰੋਗੇ, ਤਾਂ ਮੈਂ ਤੁਹਾਡੇ ਉਤਲੇ ਦੁੱਖਾਂ ਨੂੰ ਤੁਹਾਡੇ ਪਾਪਾਂ ਦੇ ਕਾਰਨ 7 ਗੁਣਾ ਹੋਰ ਵਧਾ ਦੇਵਾਂਗਾ। ਤਦ ਮੈਂ ਤੁਹਾਡਾ ਹੰਕਾਰ ਖਤਮ ਕਰ ਦੇਵਾਂਗਾ। ਤੁਹਾਡੀ ਧਰਤੀ ਨੂੰ ਮੈਂ ਸੁਕਾ ਦੇਵਾਂਗਾ ਅਤੇ ਉਸ ਤੇ ਮੀਂਹ ਨਹੀਂ ਪਵੇਗਾ। ਤੁਹਾਡੀ ਮਿਹਨਤ ਵਿਅਰਥ ਜਾਵੇਗੀ, ਕਿਉਂਕਿ ਨਾ ਤਾਂ ਤੁਹਾਡੀ ਧਰਤੀ ਫਸਲ ਉਗਾਵੇਗੀ ਅਤੇ ਨਾ ਹੀ ਤੁਹਾਡੇ ਰੁੱਖ ਫਲ ਦੇਣਗੇ। ਪਰ ਜੇਕਰ ਤੁਸੀਂ ਇਹ ਹੋਣ ਤੇ ਵੀ ਨਹੀਂ ਸੁਣੋਗੇ, ਤਾਂ ਮੈਂ ਤੁਹਾਡੇ ਉਤਲੀਆਂ ਮੁਸੀਬਤਾਂ ਨੂੰ ਹੋਰ 7 ਗੁਣਾ ਵਧਾ ਦੇਵਾਂਗਾ। ਮੈਂ ਤੁਹਾਡੇ ਵਿੱਚ ਭਿਅੰਕਰ ਜੰਗਲੀ ਜਾਨਵਰ ਛੱਡਾਂਗਾ ਜੋ ਤੁਹਾਡੇ ਬੱਚਿਆਂ ਅਤੇ ਡੰਗਰਾਂ ਨੂੰ ਮਾਰਨਗੇ, ਅਤੇ ਇਸੇ ਤਰ੍ਹਾਂ ਤੁਸੀਂ ਗਿਣਤੀ ਵਿੱਚ ਇੰਨੇ ਘੱਟ ਜਾਵੋਗੇ ਕਿ ਤੁਹਾਡੀਆਂ ਗਲੀਆਂ ਖਾਲੀ ਹੋ ਜਾਣਗੀਆਂ। ਪਰ ਜੇਕਰ ਫਿਰ ਵੀ ਤੁਸੀਂ ਮੇਰੀ ਵੱਲ ਨਾ ਮੁੜੋਗੇ ਅਤੇ ਮੇਰੇ ਉਲਟ ਚੱਲੋਗੇ, ਤਾਂ ਮੈਂ ਆਪ ਤੁਹਾਡੇ ਵਿਰੁੱਧ ਖੜਾ ਹੋਵਾਂਗਾ ਅਤੇ ਤੁਹਾਡੇ ਤੋਂ 7 ਗੁਣਾ ਹੋਰ ਬਦਲਾ ਲਵਾਂਗਾ। ਮੈਂ ਤੁਹਾਡੇ ਤੋਂ ਆਪਣੇ ਨੇਮ ਨੂੰ ਤੋੜਨ ਦਾ ਬਦਲਾ ਤਲਵਾਰ ਦੁਆਰਾ ਲਵਾਂਗਾ, ਅਤੇ ਜੇਕਰ ਤੁਸੀਂ ਨਗਰਾਂ ਦੇ ਅੰਦਰ ਲੁਕੋਗੇ ਤਾਂ ਮੈਂ ਉੱਥੇ ਤੁਹਾਡੇ ਤੇ ਭਿਅੰਕਰ ਰੋਗ ਘੱਲਾਂਗਾ ਅਤੇ ਤੁਹਾਨੂੰ ਤੁਹਾਡੇ ਵੈਰੀਆਂ ਦੇ ਹੱਥੀਂ ਸੌਂਪ ਦੇਵਾਂਗਾ। ਮੈਂ ਤੁਹਾਡੇ ਭੋਜਨ ਨੂੰ ਘਟਾ ਦੇਵਾਂਗਾ ਅਤੇ 10 ਔਰਤਾਂ ਇੱਕ ਹੀ ਤੰਦੂਰ ਤੇ ਰੋਟੀ ਪਕਾਉਣਗੀਆਂ ਅਤੇ ਤੁਹਾਨੂੰ ਮਿਹਨਤੀ ਦੀ ਰੋਟੀ ਮਿਲੇਗੀ, ਪਰ ਉਸ ਨਾਲ ਤੁਹਾਡਾ ਪੇਟ ਨਹੀਂ ਭਰੇਗਾ। ਪਰ ਜੇਕਰ ਤੁਸੀਂ ਇਹ ਸਭ ਹੋਣ ਤੇ ਵੀ ਮੇਰੀ ਅਵਗਿਆ ਕਰੋਗੇ, ਤਾਂ ਮੈਂ ਤੁਹਾਡੀਆਂ ਮੁਸੀਬਤਾਂ ਨੂੰ ਪਹਿਲੇ ਤੋਂ ਵੀ 7 ਗੁਣਾ ਹੋਰ ਵਧਾ ਦੇਵਾਂਗਾ। ਤਦ ਤੁਸੀਂ ਭੋਜਨ ਦੀ ਥਾਂ ਆਪਣੇ ਬੱਚਿਆਂ ਦਾ ਮਾਂਸ ਖਾਵੋਗੇ। ਤਦ ਮੈਂ ਤੁਹਾਡੀ ਪੂਜਾ ਦੀ ਥਾਂ ਨਾਸ਼ ਕਰ ਦੇਵਾਂਗਾ ਅਤੇ ਤੁਹਾਡੀਆਂ ਬੇਦੀਆਂ ਢਾਹ ਦੇਵਾਂਗਾ। ਮੈਂ ਤੁਹਾਡੇ ਮੁਰਦਿਆਂ ਦੇ ਢੇਰ ਤੁਹਾਡੇ ਬੁੱਤਾਂ ਤੇ ਲਾ ਦੇਵਾਂਗਾ ਅਤੇ ਇਸ ਤਰ੍ਹਾਂ ਮੈਂ ਤੁਹਾਨੂੰ ਘਿਰਣਾ ਕਰਾਂਗਾ। ਤੁਸੀਂ ਕੀ ਦੇਖਣਾ ਹੈ ਕਿ ਪਹਿਲੀ ਵਾਰੀ ਇੰਨੀ ਸਜ਼ਾ ਦੇਤੀ ਕਿ ਉਹਨਾਂ ਨੂੰ ਮਾਰ ਦਿੱਤਾ? ਨਹੀਂ, ਬਿਲਕੁਲ ਉਸੇ ਤਰ੍ਹਾਂ ਪ੍ਰਭੂ ਉਹਨਾਂ ਦੇ ਨਾਲ ਡੀਲ ਕਰਦਾ ਪਿਆ ਜਿਸ ਤਰ੍ਹਾਂ ਅਸੀਂ ਕਿਸੇ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਡੀਲ ਕਰਦੇ। ਪਹਿਲੀ ਵਾਰੀ ਦਬਕਾ ਚੱਲਦਾ, ਫਿਰ ਜੇ ਨਹੀਂ ਸੁਣਦੇ ਤਾਂ ਫਿਰ ਅਸੀਂ ਉਹਨਾਂ ਨੂੰ ਥੋੜ੍ਹਾ ਜਿਹਾ ਹੋਰ, ਫਿਰ ਕਦੀ ਉਹਨਾਂ ਨੂੰ ਝਿੜਕ ਪੈਂਦੀ ਆ, ਕਦੀ ਕੰਨਾਂ ਤੇ ਵੀ ਲੱਗਦੀਆਂ। ਕਿਉਂ? ਕਿਉਂਕਿ ਉਹ ਦੇਖੋ ਗਵਾ ਕੀ ਰਹੇ ਆ। ਦੇਖਣ ਵਾਲੀ ਚੀਜ਼ ਇਹ ਆ ਕਿ ਉਹ ਕੀ ਗਵਾ ਰਹੇ ਆ। ਤੇ ਉਹਨਾਂ ਦੇ ਕੋਲ ਸਭ ਕੁਛ ਆ, ਔਰ ਉਹਨਾਂ ਦੇ ਜਿਹੜੇ ਮਨ ਆ ਉਹ ਅਹੰਕਾਰ ਦੇ ਨਾਲ ਭਰ ਚੁੱਕੇ, ਔਰ ਆਪਣੇ ਅਹੰਕਾਰ ਦੇ ਕਰਕੇ ਇਹ ਲੋਕ ਪ੍ਰਭੂ ਨੂੰ ਹੁਣ ਛੱਡ ਕੇ ਉਹ ਦੂਸਰੇ ਲੋਕ ਜਿਹੜੇ ਆਲੇ ਦੁਆਲੇ ਆ ਉਹ ਇਹਨਾਂ ਨੂੰ ਚੰਗੇ ਲੱਗਦੇ ਆ, ਕਿਉਂਕਿ ਉਹ ਆਪਣੇ ਮੰਦਿਰਾਂ ਦੇ ਵਿੱਚ ਹਰ ਤਰ੍ਹਾਂ ਦੀ ਗੰਦਗੀ ਕਰਦੇ ਆ, ਨੱਚਦੇ ਟੱਪਦੇ ਆ, ਤੇ ਉਹ ਇਹਨਾਂ ਨੂੰ ਕਹਿੰਦੇ ਕਿ ਤੁਹਾਡਾ ਤਾਂ ਪ੍ਰਭੂ ਬਹੁਤ ਸਖਤ ਆ, ਸਾਡਾ ਦੇਵਤਾ ਤਾਂ ਨਹੀਂ ਏਦਾਂ। ਤੁਹਾਡੇ ਪ੍ਰਭੂ ਨੇ ਤਾਂ ਤੁਹਾਡੇ ਤੇ ਰਿਸਟ੍ਰਿਕਸ਼ਨਾਂ ਹੀ ਬਹੁਤ ਲਾਈਆਂ, ਲੇਕਿਨ ਇਹਨਾਂ ਨੂੰ ਇਸ ਚੀਜ਼ ਦੀ ਸਮਝ ਨਹੀਂ ਆਉਂਦੀ ਪਈ ਉਹ ਰਿਸਟ੍ਰਿਕਸ਼ਨਾਂ ਨਹੀਂ ਗੀਆਂ, ਇਹ ਛੋਟੇ ਰਸਤੇ ਤੇ ਤੁਰੇ ਹੋ ਆ, ਤੇ ਉਹ ਲੋਹੇ ਦੇ ਉਹ ਪਿੰਜਰੇ ਦੇ ਡੰਡੇ ਆ ਜਿਹੜੇ ਬਾਹਰਲੇ ਜਾਨਵਰਾਂ ਤੋਂ ਬਚਾਉਂਦੇ ਪਏ, ਉਹ ਰਿਸਟ੍ਰਿਕਸ਼ਨਾਂ ਨਹੀਂ ਗੀਆਂ। ਸੋ ਪਹਿਲਾਂ ਜੇ ਤੁਸੀਂ ਮਾੜਾ ਜਿਹਾ ਬਾਹਰ ਹੱਥ ਕੱਢ ਕੇ ਕੋਸ਼ਿਸ਼ ਕਰੋਗੇ, ਤੁਹਾਡੇ ਹੱਥ ਤੇ ਪਊਗੇ ਤਾਂ ਉਹ ਜਿਹੜੇ ਜਾਨਵਰ ਆ ਤੁਹਾਡੇ ਹੱਥ ਨੂੰ ਪੈਣਗੇ। ਜੇ ਅੰਤ ਤੁਸੀਂ ਬਾਹਰ ਹੀ ਚਲੇ ਜਾਓਗੇ, ਨਹੀਂ ਹਟੋਗੇ, ਤੇ ਫਿਰ ਤੁਸੀਂ ਇਹ ਸਾਰੀਆਂ ਜਿਹੜੀਆਂ ਬਲਾਵਾਂ ਆ ਇਹਨਾਂ ਨੂੰ ਸੁਣੋਗੇ। ਔਰ ਅਸੀਂ ਇਸ 26ਵੇਂ ਚੈਪਟਰ ਤੇ ਬਹੁਤ ਵਾਰੀ ਵਾਪਸ ਆਉਣਾ, ਔਰ ਅਸੀਂ ਦੇਖਣਾ ਕਿ ਇਹ ਲੋਕ ਕਿਸ ਤਰ੍ਹਾਂ, ਜਿਸ ਵੇਲੇ ਅਸੀਂ ਨਿਆਂਇਆਂ ਦੀ ਪੋਥੀ ਦੇ ਵਿੱਚ ਜਾਣਾ, ਉੱਥੇ ਅਸੀਂ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਦੇਖਣ ਕਿ ਜਿਸ ਵੇਲੇ ਉਹ ਪ੍ਰਭੂ ਦੇ ਕੋਲ ਵਾਪਸ ਆ ਗਏ ਆ, ਪ੍ਰਭੂ ਨੇ ਸਭ ਕੁਝ ਸਹੀ ਕਰ ਦਿੱਤਾ, ਲੋਕ ਖੁਸ਼ ਆ, ਧਰਤੀ ਤੇ ਸ਼ਾਂਤੀ ਆ।
ਜਿਹੜੇ ਵੈਰੀ ਆਲੇ ਦੁਆਲੇ ਹੁਣ ਆਪਸ 'ਚ ਲੜਦੇ ਪਏ ਆ, ਉਹਨਾਂ ਦਾ ਇਹਨਾਂ ਵੱਲ ਕੋਈ ਧਿਆਨ ਨਹੀਂ। ਉਹ ਆਪਸ 'ਚ ਲੜਦੇ ਪਏ ਆ, ਆਪਣੇ ਕਦੀ ਉਹ ਉਹਦੇ ਤੇ ਫਤਿਹ ਪਾ ਲੈਂਦਾ, ਕਦੀ ਉਹ ਉਹਦੇ ਤੇ ਫਤਿਹ ਪਾ ਲੈਂਦਾ। ਉਹ ਬੜੇ ਖੁਸ਼ ਆ ਇੱਕ ਦੂਜੇ ਦੇ ਨਾਲ ਉਧਰ ਖੇਲੀ ਜਾ ਰਹੇ ਆ, ਔਰ ਇਹਨਾਂ ਨਾਲ ਕੋਈ ਦੇਖਦਾ ਵੀ ਨਹੀਂ ਪਿਆ। ਇਹ ਬੜੇ ਆਨੰਦ ਦੀ ਜ਼ਿੰਦਗੀ ਜੀਂਦੇ ਪਏ। ਪਰ ਜਿਸਲੇ ਜਾ ਕੇ ਲੱਤਾਂ ਆਪਣੀਆਂ ਵਿੱਚ ਫਸਾਉਂਦੇ ਉਹਨਾਂ ਦੇ ਔਰ ਉਹਨਾਂ ਦੇ ਪਿੱਛੇ ਤੁਰਨ ਲੱਗ ਪੈਂਦੇ, ਤਾਂ ਫਿਰ ਇਹ ਸਾਰੀਆਂ ਚੀਜ਼ਾਂ ਇਹਨਾਂ ਦੇ ਨਾਲ। ਕਿਉਂ? ਪ੍ਰਭੂ ਨੇ ਕਿਹਾ ਕਿ ਤੁਸੀਂ ਮੇਰੇ ਲੋਕ ਆ, ਤੁਸੀਂ ਮੇਰੀ ਅਮਾਨਤ ਆ, ਮੈਂ ਤੁਹਾਨੂੰ ਖਰੀਦਿਆ ਆ। ਤੁਸੀਂ ਹੈ ਹੀ ਨਹੀਂ ਸੀ, ਤੁਸੀਂ ਉਸ ਬਜ਼ੁਰਗੇ ਦੀ ਸੰਤਾਨ ਆ ਜਿਸ ਦੇ 100 ਸਾਲ ਦੀ ਉਮਰ ਦੇ ਵਿੱਚ ਜਾ ਕੇ ਬੱਚਾ ਪੈਦਾ ਹੋਇਆ ਸੀ, ਜੋ ਆਪਣੇ ਆਪ ਦੇ ਵਿੱਚ ਇੱਕ ਅਜੀਬ ਚੀਜ਼ ਆ। ਤੁਸੀਂ ਉਸ ਦੀ ਸੰਤਾਨ, ਤੁਸੀਂ ਉਸ ਬਜ਼ੁਰਗਣ ਦੀ ਸੰਤਾਨ ਆ ਜਿਸ ਨੇ 90 ਸਾਲ ਦੀ ਉਮਰ ਦੇ ਵਿੱਚ ਬੱਚਾ ਪੈਦਾ ਕੀਤਾ ਸੀ। ਔਰ ਮੈਂ ਤੁਹਾਨੂੰ ਪੈਦਾ ਕੀਤਾ ਆ, ਤੁਸੀਂ ਮੇਰੇ ਲੋਕ ਆ, ਮੈਂ ਤੁਹਾਨੂੰ ਛੁਡਾ ਕੇ ਲਿਆ ਕੇ ਆਇਆ, ਤੁਸੀਂ ਮੇਰੀ ਅਮਾਨਤ ਆ, ਮੈਂ ਤੁਹਾਡਾ ਬਾਪ ਆ, ਤੁਸੀਂ ਮੇਰੇ ਬੱਚੇ ਆ। ਮੈਂ ਤੁਹਾਨੂੰ ਫੈਰੋ ਦੇ ਕੋਲ, ਫਿਰੌਨ ਦੇ ਕੋਲੋਂ ਖਰੀਦ ਕੇ ਲੈ ਕੇ ਆਇਆ, ਤੁਸੀਂ ਮੇਰੀ ਅਮਾਨਤ ਆ, ਮੈਂ ਤੁਹਾਡੀ ਕੀਮਤ ਦਿੱਤੀ। ਇਸ ਕਰਕੇ ਜਦ ਤੁਸੀਂ ਮੇਰੀਆਂ ਰਾਹਾਂ ਤੇ ਚੱਲੋਗੇ ਤਾਂ ਤੁਹਾਨੂੰ ਮੈਂ ਬਰਕਤ ਦਊਂਗਾ, ਤੁਹਾਡੀਆਂ ਜੰਗਾਂ ਮੈਂ ਲੜੂੰਗਾ, ਔਰ ਤੁਹਾਨੂੰ ਤੁਹਾਡੀਆਂ ਖੇਤਾਂ ਦੀ ਉਪਜ ਮੈਂ ਵਧਾਊਂਗਾ, ਤੁਹਾਡੀ ਤੰਦਰੁਸਤੀ ਨੂੰ ਮੈਂ ਦੇਖਾਂਗਾ। ਪਰ ਜਿੰਨੀ ਦੇਰ ਤੱਕ ਤੁਸੀਂ ਪਰਮ ਪ੍ਰਧਾਨ ਦੇ ਛਾਇਆ ਦੇ ਹੇਠ ਜਾਂਦੇ ਪਏ ਆ, ਤਾਂ ਫਿਰ ਤੁਹਾਨੂੰ ਕੋਈ ਡਰ ਨਹੀਂ ਹੋਏਗਾ, ਤੁਸੀਂ ਕਿਸੇ ਚੀਜ਼ ਦਾ ਭੈ ਨਹੀਂ ਖਾਓਗੇ। ਕਿ ਕਿੱਦਾਂ ਜ਼ਬੂਰ 91 ਇੱਥੇ ਜਿਹੜਾ 91 ਜ਼ਬੂਰ ਆ, ਕਿੱਦਾਂ ਇੱਥੇ ਲੱਗਦਾ ਪਿਆ। ਕਹਿੰਦੇ ਤੁਸੀਂ ਡਰ ਦੇ ਮਾਰੇ, ਜਿਸ ਲਈ ਅਸੀਂ ਇਹਦੀ 17ਵੀਂ ਆਇਤ ਪੜ੍ਹਦੇ ਪਏ ਹਾਂ। ਕਹਿੰਦਾ ਤਦ ਮੈਂ ਤੁਹਾਡੇ ਵਿਰੁੱਧ ਹੋ ਜਾਵਾਂਗਾ ਤੇ ਤੁਹਾਡੇ ਵੈਰੀ ਅਤੇ ਘਿਰਣਾ ਕਰਨ ਵਾਲੇ ਤੁਹਾਡੇ ਤੇ ਜਿੱਤ ਪ੍ਰਾਪਤ ਕਰਕੇ ਤੁਹਾਡੇ ਉੱਤੇ ਸ਼ਾਸਨ ਕਰੋਗੇ। ਤੁਸੀਂ ਐਵੇਂ ਡਰਦੇ ਮਾਰੇ ਇੱਧਰ ਉੱਧਰ ਖੱਜਲ ਖਵਾਰ ਹੋਵੋਗੇ, ਧੱਕੇ ਖਾਂਦੇ ਪਏ। ਜਿਸ ਲਈ ਤੁਸੀਂ ਮੇਰੇ ਰਸਤੇ ਨੂੰ ਛੱਡ ਦਿਓਗੇ, ਜਿਹੜਾ ਰਸਤਾ ਚ ਤੁਹਾਨੂੰ ਲੈ ਕੇ ਤੁਰਿਆ ਹੈ। ਫਿਰ ਤੁਹਾਨੂੰ ਉਹ ਸੱਪ ਪਤਾ ਲੱਗਣਗੇ ਕਿ ਹੁਣ ਜਿੱਥੇ ਅਸੀਂ ਗਏ ਉੱਥੇ ਉਹ ਦੇਖਣ ਨੂੰ ਤਾਂ ਬੜਾ ਮੁਲਾਇਮ ਆ, ਪਰ ਉਹ ਸੱਪ ਦੇਖਣ ਨੂੰ ਬਿੱਲੀ ਵਰਗਾ ਲੱਗਦਾ, ਪਰ ਉਹ ਸ਼ੇਰ ਆ। ਦੇਖਣ ਨੂੰ ਉਹ ਕੁੱਤੇ ਵਰਗਾ ਲੱਗਦਾ ਸੀ, ਪਰ ਬਘਿਆੜ ਆ। ਫਿਰ ਉੱਥੇ ਜਾ ਕੇ ਤੁਹਾਨੂੰ ਔਰ ਜਿੱਦਾਂ ਜਿੱਦਾਂ ਤੁਸੀਂ ਆਪਣਾ ਰਸਤਾ ਗਾਂਹ ਤੋਂ ਗਾਂਹ ਲੈ ਕੇ ਜਾਂਦੇ ਰਹੋਗੇ, ਉਦਾਂ ਉਦਾਂ ਵੱਧ ਤੋਂ ਵੱਧ ਖਤਰੇ ਆਉਂਦੇ ਜਾਣਗੇ, ਕਿਉਂਕਿ ਮੈਂ ਆਪਣਾ ਬਚਾਓ ਵਾਲਾ ਹੱਥ ਪਰਾਂ ਕਰ ਲਿਆ ਔਰ ਤੁਸੀਂ ਉਹ ਢਲਾਣ ਵਾਲਾ ਰਸਤਾ ਚੁਣ ਲਿਆ। ਔਰ ਤੁਸੀਂ ਹੁਣ ਉਸ ਢਲਾਣ ਦੇ ਵੱਲ ਤੁਰੇ ਜਾਓਗੇ, ਔਰ ਜਿੱਦਾਂ ਜਿੱਦਾਂ ਥੱਲੇ ਤੁਰੇ ਜਾਓਗੇ, ਉਦਾਂ ਤੋਂ ਉਦਾਂ ਖੁੰਖਾਰ ਤੋਂ ਖੁੰਖਾਰ ਜਿਹੜੇ ਲੋਕ ਤੇ ਖੁੰਖਾਰ ਤੋਂ ਖੁੰਖਾਰ ਜਾਨਵਰ ਤੁਹਾਡੀਆਂ ਰਸਤਿਆਂ ਨੂੰ ਰੋਕਣਗੇ। ਤੁਸੀਂ ਨਾ ਇਹ ਚੀਜ਼ ਹੈ। ਜ਼ਬੂਰ 91 ਜਿਹੜਾ ਆ, ਇਹ ਉਹਦੀ ਬਿਲਕੁਲ ਜ਼ਬੂਰ 91 ਨੂੰ ਅਗਰ ਦੇਖ ਲਈਏ ਤੇ ਅਸੀਂ ਇਸ ਚੈਪਟਰ ਨੂੰ ਦੇਖ ਲਈਏ, 26ਵੇਂ ਚੈਪਟਰ ਨੂੰ ਦੇਖ ਲਈਏ, ਬਿਲਕੁਲ ਬਿਲਕੁਲ ਸਹੀ ਬੈਠਦੇ। ਕਿਉਂਕਿ ਜ਼ਬੂਰ 91 ਜਿਹੜਾ ਉਹ 26ਵੇਂ ਭਾਗ ਦੀ ਪਹਿਲੀ ਆਇਤ ਤੋਂ ਲੈ ਕੇ 13 ਆਇਤ ਤੱਕ ਲਿਖਿਆ ਗਿਆ। ਉਸਨੇ ਇਹ ਜ਼ਬੂਰ ਲਿਖ ਕੇ ਉਹ ਗਾਇਆ। ਉਹ ਲੋਕ ਇਹ ਗਾਉਂਦੇ ਸੀ ਜ਼ਬੂਰ, ਤਾਂ ਕਿ ਉਹਨਾਂ ਨੂੰ ਇਸ ਚੀਜ਼ ਦਾ ਚੇਤੇ ਰਵੇ ਤਾਂ ਕਿ ਅਸੀਂ ਆਪਣੇ ਪਰਮ ਪ੍ਰਧਾਨ ਪਰਮੇਸ਼ਵਰ ਦੀ ਸ਼ਰਨ ਚੋਂ ਬਾਹਰ ਨਹੀਂ ਜਾਣਾ। ਅਸੀਂ ਆਪਣੇ ਪ੍ਰਭੂ ਨੂੰ ਪਿਆਰ ਕਰਨਾ, ਕਿਉਂਕਿ ਸਾਡਾ ਪ੍ਰਭੂ ਸਾਡੇ ਲਈ ਸਾਰਾ ਕੁਝ ਕਰਦਾ। ਸੋ ਆਓ
ਹੁਣ ਉਸ ਨੂੰ ਅੱਗੇ ਦੇਖੀਏ। ਸੋ ਅਸੀਂ 30 ਤੱਕ ਪੜ੍ਹ ਲਿਆ ਭੈਣ ਨੇ। ਹੁਣ ਸਿਸਟਰ ਜੀ ਇਸ ਨੂੰ 31 ਤੋਂ ਲੈ ਕੇ ਸਾਰੇ ਚੈਪਟਰ ਨੂੰ ਖਤਮ ਕਰ ਓਕੇ ਜੀ। ਮੈਂ ਤੁਹਾਡੇ ਨਗਰਾਂ ਨੂੰ ਉਜਾੜ ਦੇਵਾਂਗਾ ਅਤੇ ਪਵਿੱਤਰ ਥਾਵਾਂ ਨੂੰ ਖੋਲਿਆਂ ਵਿੱਚ ਬਦਲ ਦੇਵਾਂਗਾ। ਮੈਂ ਤੁਹਾਡੀਆਂ ਸੁਗੰਧਿਤ ਬਲੀਆਂ ਨੂੰ ਵੀ ਸਵੀਕਾਰ ਨਹੀਂ ਕਰਾਂਗਾ। ਮੈਂ ਤੁਹਾਡੀ ਧਰਤੀ ਨੂੰ ਪੂਰੀ ਤਰ੍ਹਾਂ ਨਾਲ ਨਾਸ਼ ਕਰ ਦੇਵਾਂਗਾ ਕਿ ਤੁਹਾਡੇ ਵੈਰੀ ਜੋ ਉਸ ਉੱਤੇ ਕਬਜ਼ਾ ਕਰਨਗੇ ਉਸ ਦੀ ਬਰਬਾਦੀ ਨੂੰ ਦੇਖ ਕੇ ਹੱਕੇ ਬੱਕੇ ਰਹਿ ਜਾਣਗੇ। ਮੈਂ ਤੁਹਾਨੂੰ ਦੇਸ਼ਾਂ ਵਿੱਚ ਖਿੰਡਾ ਦੇਵਾਂਗਾ ਤੇ ਤਲਵਾਰ ਹਰ ਥਾਂ ਤੇ ਤੁਹਾਡਾ ਪਿੱਛਾ ਕਰੇਗੀ। ਤਦ ਤੁਹਾਡੀ ਧਰਤੀ ਅਤੇ ਸ਼ਹਿਰ ਬਿਲਕੁਲ ਉੱਜੜ ਜਾਣਗੇ। ਇਸ ਹਾਲਤ ਵਿੱਚ ਤੁਹਾਡੀ ਧਰਤੀ ਨੂੰ ਪਵਿੱਤਰ ਸ਼ਬਦ ਦਾ ਆਰਾਮ ਮਿਲੇਗਾ ਜੋ ਉਸ ਨੂੰ ਤੁਹਾਡੇ ਉਸ ਤੇ ਰਹਿੰਦਿਆਂ ਨਹੀਂ ਮਿਲ ਸਕਿਆ ਸੀ। ਜੋ ਤੁਹਾਡੇ ਵਿੱਚੋਂ ਬਾਕੀ ਬਚ ਜਾਣਗੇ ਅਤੇ ਪ੍ਰਦੇਸ਼ ਵਿੱਚ ਬੈਰੀ ਦੀ ਧਰਤੀ ਉੱਤੇ ਰਹਿ ਰਹੇ ਹੋਣਗੇ, ਤਾਂ ਮੈਂ ਉਹਨਾਂ ਦੇ ਦਿਲਾਂ ਵਿੱਚ ਇੰਨਾ ਡਰ ਭਰ ਦੇਵਾਂਗਾ ਕਿ ਉਹ ਹਿੱਲਦੇ ਪੱਤੇ ਦੀ ਆਵਾਜ਼ ਨਾਲ ਵੀ ਤਰਬ ਉੱਠਣਗੇ। ਉਹ ਬਿਨਾਂ ਕਿਸੇ ਦੇ ਪਿੱਛਾ ਕੀਤਿਆਂ ਹੀ ਡਰ ਨਾਲ ਨੱਠ ਉੱਠਣਗੇ, ਜਿਵੇਂ ਉਹਨਾਂ ਦਾ ਤਲਵਾਰ ਨਾਲ ਪਿੱਛਾ ਹੋ ਰਿਹਾ ਹੋਵੇ। ਉਹ ਇੱਕ ਦੂਜੇ ਤੇ ਐਵੇਂ ਹੀ ਡਿੱਗਦੇ ਫਿਰਨਗੇ ਜਿਸ ਤਰ੍ਹਾਂ ਉਹ ਤਲਵਾਰ ਦੇ ਵਾਰ ਤੋਂ ਬਚੇ ਹੋਣ। ਉਹ ਕਿਸੇ ਵੀ ਹਾਲਤ ਵਿੱਚ ਆਪਣੇ ਵੈਰੀਆਂ ਦਾ ਟਾਕਰਾ ਨਹੀਂ ਕਰ ਸਕਣਗੇ। ਸੋ ਤੁਸੀਂ ਇਸ ਹਾਲਤ ਵਿੱਚ ਵੈਰੀਆਂ ਦੀ ਧਰਤੀ ਤੇ ਰਹੋਗੇ ਅਤੇ ਉਹ ਤੁਹਾਨੂੰ ਚੱਟ ਕਰ ਜਾਣਗੇ। ਤੁਹਾਡੇ ਵਿੱਚੋਂ ਬਾਕੀ ਜੋ ਪਿੱਛੇ ਰਹਿ ਜਾਣਗੇ ਉਹ ਆਪਣੇ ਅਤੇ ਆਪਣੇ ਪਿਓ ਦਾਦਿਆਂ ਦੇ ਪਾਪਾਂ ਕਾਰਨ ਸੁੱਕ ਸੜ ਜਾਣਗੇ। ਪਰ ਪਿੱਛੋਂ ਤੁਹਾਡੀ ਬਚੀ ਸੰਤਾਨ ਆਪਣੇ ਤੇ ਆਪਣੇ ਪਿਓ ਦਾਦਿਆਂ ਦੇ ਪਾਪਾਂ ਨੂੰ ਮੰਨੇਗੀ ਕਿ ਉਹ ਸੱਚਮੁੱਚ ਮੇਰੇ ਨਾਲ ਵਿਸ਼ਵਾਸਘਾਤ ਕੀਤਾ ਸੀ ਅਤੇ ਮੇਰੇ ਉਲਟ ਚੱਲੇ ਸਨ। ਤੇ ਮੈਂ ਵੀ ਉਹਨਾਂ ਨਾਲ ਉਲਟਾ ਵਰਤਾਓ ਕੀਤਾ ਅਤੇ ਉਹਨਾਂ ਨੂੰ ਵੈਰੀਆਂ ਦੇ ਦੇਸ਼ ਵਿੱਚ ਲੈ ਆਇਆ ਸਾਂ। ਪਰ ਜਦੋਂ ਉਹ ਆਪਣੇ ਆਪ ਨੂੰ ਦੀਨ ਕਰਦੇ ਹੋਏ ਆਪਣੇ ਪਾਪਾਂ ਨੂੰ ਮੰਨਣਗੇ, ਤਾਂ ਮੈਂ ਵੀ ਆਪਣੇ ਨੇਮ ਨੂੰ ਜੋ ਮੈਂ ਯਾਕੂਬ, ਇਸਹਾਕ ਅਤੇ ਅਬਰਾਹਮ ਨਾਲ ਕੀਤਾ ਸੀ ਯਾਦ ਕਰਾਂਗਾ। ਤਦ ਮੈਂ ਉਹਨਾਂ ਦੀ ਧਰਤੀ ਨੂੰ ਵੀ ਯਾਦ ਕਰਾਂਗਾ। ਪਰ ਉਹ ਧਰਤੀ ਉਸ ਸਮੇਂ ਪਵਿੱਤਰ ਸ਼ਬਦ ਵਾਲਾ ਆਰਾਮ ਕਰੇਗੀ ਜਦੋਂ ਉਹ ਉਸ ਤੇ ਨਹੀਂ ਰਹਿ ਰਹੇ ਹੋਣਗੇ। ਤਦ ਉਹ ਮੇਰੀਆਂ ਇਹਨਾਂ ਵਿਧੀਆਂ ਅਤੇ ਨਿਯਮਾਂ ਨੂੰ ਤੋੜਨ ਦੇ ਪਾਪ ਵੱਲੋਂ ਆਪਣਾ ਮੂੰਹ ਮੋੜਨਗੇ। ਇਸ ਲਈ ਮੈਂ ਵੀ ਵੈਰੀਆਂ ਦੀ ਧਰਤੀ ਤੇ ਉਹਨਾਂ ਦਾ ਬਿਲਕੁਲ ਨਾਸ਼ ਨਹੀਂ ਕਰਾਂਗਾ ਅਤੇ ਨਾ ਹੀ ਉਹਨਾਂ ਨੂੰ ਘਿਰਣਾ ਕਰਾਂਗਾ। ਮੈਂ ਉਹਨਾਂ ਦਾ ਪ੍ਰਭੂ ਪਰਮੇਸ਼ਰ ਹਾਂ, ਇਸ ਲਈ ਮੈਂ ਆਪਣੇ ਨੇਮ ਹਮੇਸ਼ਾ ਦੇ ਲਈ ਨਹੀਂ ਭੁੱਲਾਂਗਾ। ਮੈਂ ਉਸ ਸਮੇਂ ਉਸ ਨੇਮ ਨੂੰ ਯਾਦ ਕਰਾਂਗਾ ਜੋ ਮੈਂ ਉਹਨਾਂ ਦੇ ਪੁਰਖਿਆਂ ਨਾਲ ਉਸ ਸਮੇਂ ਬੰਨਿਆ ਸੀ, ਜਦੋਂ ਮੈਂ ਉਹਨਾਂ ਨੂੰ ਮਿਸਰ ਵਿੱਚੋਂ ਦੂਜੀਆਂ ਕੌਮਾਂ ਦੇ ਦੇਖਦਿਆਂ ਕੱਢ ਲਿਆਇਆ ਸਾਂ ਕਿ ਉਹ ਮੈਨੂੰ ਆਪਣਾ ਪਰਮੇਸ਼ਰ ਸਵੀਕਾਰ ਕਰਨ। ਮੈਂ ਪ੍ਰਭੂ ਹਾਂ। ਇਹ ਸਭ ਵਿਧੀਆਂ, ਨਿਯਮ ਅਤੇ ਹੁਕਮ ਹਨ ਜੋ ਪ੍ਰਭੂ ਨੇ ਇਸਰਾਏਲੀ ਲੋਕਾਂ ਨੂੰ ਮੂਸਾ ਦੇ ਦੁਆਰਾ ਸੀਨੇ ਪਹਾੜ ਤੇ ਦਿੱਤੇ। ਆਮੀਨ। ਤੁਹਾਡੇ ਵਿੱਚੋਂ ਕਈ ਜਾਣੇ, ਖਾਸ ਕਰਕੇ ਸਾਡੀ ਕੱਲ ਦੇ ਭੈਣ ਭਰਾਵਾਂ ਦੇ ਵਿੱਚੋਂ ਕਈ ਜਾਣੇ ਜੇਰੂਸਲਮ ਜਾ ਕੇ ਆਏ। ਤੁਸੀਂ ਦੇਖਿਆ ਕਿ ਜਿਹੜੀ ਉੱਥੇ ਜਿਸ ਲਈ ਤੁਸੀਂ ਜੇਰੂਸਲਮ ਦੇ ਵਿੱਚ ਜਾਂਦੇ ਤਾਂ ਉੱਥੇ ਆਲੇ ਦੁਆਲੇ ਉਹਨਾਂ ਨੇ ਜਿਸ ਤਰ੍ਹਾਂ ਕਿ ਸਾਰੇ ਜੇਰੂਸਲਮ ਦੇ ਆਲੇ ਦੁਆਲੇ ਉਹਨਾਂ ਨੇ ਇੱਕ ਬਾੜ ਲਾਤੀ ਆ, ਹੁਣ ਕੰਧ ਕੱਢ ਦਿੱਤੀ ਆ ਬੇਸਿਕਲੀ। ਜਿਹੜੀ ਦੂਸਰੇ ਪਾਸੇ ਜਿਹੜਾ ਹੈਗਾ ਆ ਉਹ ਗਾਜ਼ਾ ਦੀ ਵੈਲੀ ਆ ਜਾਂਦੀ ਆ, ਔਰ ਇਸੇ ਤਰ੍ਹਾਂ ਦੂਸਰੇ ਪਾਸੇ ਜਿਹੜੇ ਫਲਸਤੀਨ ਲੋਕ ਆ ਉਹ ਆ ਜਾਂਦੇ, ਤੇ ਇਧਰਲੇ ਪਾਸੇ ਜਿਹੜੇ ਹੈਗੇ ਉਹ ਇਬਰਾਨੀ ਲੋਕ। ਤੁਸੀਂ ਦੋਨਾਂ ਦੀਆਂ ਫਸਲਾਂ ਦੇ ਵਿੱਚ ਫਰਕ ਦੇਖਿਆ? ਇੱਕ ਪਾਸੇ ਤੁਸੀਂ ਜਿਸ ਵੇਲੇ ਦੇਖੋਗੇ ਤਾਂ ਤੁਹਾਨੂੰ ਇਸ ਤਰ੍ਹਾਂ ਲੱਗੇਗਾ ਕਿ ਜਿਸ ਤਰ੍ਹਾਂ ਉਜਾੜ ਹੁੰਦਾ, ਔਰ ਦੂਜੇ ਪਾਸੇ ਜਿਹੜੇ ਤੁਸੀਂ ਦੇਖੋਗੇ ਹਰਿਆਲੀ ਲੱਗਦੀ, ਬਿਲਕੁਲ ਅਲੱਗ। ਉਹਨਾਂ ਨੇ ਉਹ ਚੀਜ਼ਾਂ ਪ੍ਰਭੂ ਉਹਨਾਂ ਦੇ ਲਈ ਰੇਤ ਦੇ ਵਿੱਚ ਪੈਦਾ ਕਰੀ ਜਾ ਰਿਹਾ, ਜਿਹੜੇ ਉੱਥੇ ਵਧੀਆ ਧਰਤੀ ਦੇ ਵਿੱਚ ਨਹੀਂ। स्वर्ग और नरक लगना, ये फर्क है। ठीक, सो प्रभु की कह रहा कि जिहड़ी ये धरती है जिसलिए तुहानू मैं इत्थों कढ दूंगा ते मैं फिर इसनूं सबत दा आराम दूंगा, क्योंकि ये तुहाडे लई आ, धरती तुहाडे लई है, ये तुहानू ही मिले। चाहे वो प्रभु जिस वेले उन्होंने मिस्र के विचों कढ़ के लैके आया तो उसने दिती, चाहे वो उन्होंने बाबल लैके जाना पिया, और जिस वेले वो बाबल नूं चले गया तो उत्थे सवाए उस समय विच कंडे ते झाड़ियां तो उत्थे कुछ नहीं हुंदा पिया सी। जिसले मुड़ के वापस वो आए आते मुड़ के वापस आके वो फिर स्वर्ग वर्गी सी। और फिर जिसले दूसरा मंदिर सन 77, कोई 77 कहता, कोई कहता है कि नहीं 80 दे विच, ते कोई कहता 70 दे विच जिसले ढाया गया,
ਤੇ ਯਹੂਦੀਆਂ ਨੂੰ ਉੱਥੋਂ ਦੌੜਨਾ ਪਿਆ। ਇਹ ਜਾ ਕੇ ਫਿਰ ਵੱਸ ਗਏ ਸਾਰੇ ਇੱਧਰ ਦੁਨੀਆ ਦੇ ਵੱਖਰੀਆਂ ਵੱਖਰੀਆਂ ਦੇਸ਼ਾਂ ਦੇ ਵਿੱਚ ਜਾ ਕੇ ਵੱਸ ਗਏ। ਕੁਛ ਅਮਰੀਕਾ ਆ ਗਏ, ਕੁਛ ਇੰਗਲੈਂਡ ਦੇ ਵਿੱਚ ਜਾ ਕੇ ਵੱਸ ਗਏ, ਕੁਛ ਜਰਮਨੀ 'ਚ, ਕੁਛ ਪੋਲੈਂਡ 'ਚ, ਕੁਛ ਚੈਕਸਲੋਵਾਕੀਆ ਦੇ ਵਿੱਚ ਜਾ ਕੇ ਵੱਸ ਗਏ। ਤੇ ਜਿਹੜੇ ਲੋਕ ਉੱਥੇ ਦੇਖਣ ਜਾਂਦੇ ਸੀ ਉਹ ਉਸ ਵੇਲੇ ਫਿਰ ਉੱਥੇ ਕੰਡੇ ਝਾੜੀ ਨਹੀਂ ਸੀ। ਸੈਕੰਡ ਵਰਲਡ ਵਾਰ ਤੋਂ ਬਾਅਦ ਜਿਸ ਵੇਲੇ ਯਹੂਦੀਆਂ ਨੇ ਜਾ ਕੇ ਮੁੜ ਕੇ ਆਪਣਾ ਦੇਸ਼ ਵਸਾਇਆ, ਕੰਪਲੀਟਲੀ ਡਿਫਰੈਂਟ ਹੈ। ਸੋ ਕੀ ਕਹਿ ਰਿਹਾ ਮੈਂ ਇਹ ਕਹਿ ਰਿਹਾ ਕਿ ਇਹ ਵਚਨ ਦੀ ਸੱਚਾਈ ਕਿੰਨੀ ਗਹਿਰੀ ਆ। ਇਹ ਵਚਨ ਦੀ ਸੱਚਾਈ ਕਿੰਨੀ ਗਹਿਰੀ ਹੈ ਕਿ ਜਿਸ ਵੇਲੇ ਉਹਦੇ ਲੋਕ ਆਪਣੇ ਲੋਕਾਂ ਨੂੰ ਵਾਪਸ ਉੱਥੇ ਪ੍ਰਭੂ ਲੈ ਆਉਂਦਾ ਤੇ ਉਹ ਆਪਣੇ ਸ਼ਬਦ ਦੇ ਆਰਾਮ ਦੇ ਵਿੱਚ ਧਰਤੀ ਜਿਹੜੀ ਆ ਉਹ ਫਿਰ ਉੱਠ ਖੜੀ ਹੁੰਦੀ ਔਰ ਫਿਰ ਉਹਨਾਂ ਨੂੰ ਬਰਕਤ ਦੇਣਾ ਸ਼ੁਰੂ ਕਰ ਦਿੰਦੀ। ਬੇਸ਼ੱਕ ਸਾਰੀ ਧਰਤੀ ਉਸਦੀ ਹੈ, ਲੇਕਿਨ ਉਹ ਜਿਹੜਾ ਥੋੜਾ ਜਿਹੀ ਜਗ੍ਹਾ ਆ, ਉਹ ਥੋੜਾ ਜਿਹਾ ਜਿਹੜਾ ਦੇਸ਼ ਆ ਛੋਟਾ ਜਿਹਾ, ਉਹ ਪ੍ਰਭੂ ਨੇ ਇਹਨਾਂ ਦੇ ਲਈ ਚੁਣਿਆ ਔਰ ਉੱਥੇ ਇਹਨਾਂ ਨੂੰ ਬਰਕਤ ਮਿਲਦੀ ਹੈ। ਸੋ ਪ੍ਰਭੂ ਬਾਰ-ਬਾਰ ਇਹ ਚੀਜ਼ਾਂ ਉਹਨਾਂ ਨੂੰ ਕਹਿ ਰਿਹਾ ਕਿ ਮੈਂ ਭੁੱਲ ਨਹੀਂ ਜਾਊਂਗਾ ਤੁਹਾਨੂੰ, ਮੈਂ ਤੁਹਾਨੂੰ ਛੱਡ ਨਹੀਂ ਦਊਂਗਾ। ਪਰ ਤਦ ਤੁਹਾਡੇ ਬੱਚੇ ਜਿਸਲੇ ਬੱਚਿਆਂ ਦੇ ਬੱਚੇ ਦੁਆਰਾ ਸੋਚਣਗੇ ਕਿ ਸਾਡੇ ਪੁਰਖਿਆਂ ਨੇ ਗਲਤੀਆਂ ਕੀਤੀਆਂ ਔਰ ਇਸ ਕਰਕੇ ਸਾਨੂੰ ਇਹ ਸਜ਼ਾਵਾਂ ਮਿਲਦੀਆਂ ਪਈਆਂ। ਜਿਸ ਤਰ੍ਹਾਂ ਦਾਨੀਅਲ ਨੇ ਆਪਣੇ ਪੁਰਖਿਆਂ ਦੀਆਂ ਸਾਰੀਆਂ ਗਲਤੀਆਂ ਮੰਨੀਆਂ ਔਰ ਸਾਰੀਆਂ ਗਲਤੀਆਂ ਮੰਨ ਕੇ ਉਸਨੇ ਕਿਹਾ ਕਿ ਪ੍ਰਭੂ ਤੂੰ ਸਾਨੂੰ ਉਹ ਮਾਫ ਕਰ ਔਰ ਹੁਣ ਤੂੰ ਸਾਡੇ ਤੇ ਮੁੜ ਕੇ ਦਇਆ ਕਰ। ਤੇ ਫਾਰਸ ਦਾ ਰਾਜਾ ਆ ਗਿਆ, ਰਾਜ ਪਾਠ ਹੀ ਬਦਲ ਗਿਆ। ਫਾਰਸ ਦਾ ਉਹ ਜਿਹੜਾ ਜੱਟਾਂ ਦਾ ਰਾਜਾ ਸੀ ਉਹ ਆ ਗਿਆ। ਉਹਨੇ ਕਿਹਾ ਕਿ ਹੁਣ ਤੁਸੀਂ ਏਦਾਂ ਕਰੋ, ਉਹਨੇ ਕਿਹਾ ਜਿੱਥੇ ਜਿੱਥੇ ਬੈਠੇ ਹੋ ਇਹਨਾਂ ਦੇ ਲੋਕ ਉਹਨਾਂ ਨੂੰ ਚਿੱਠੀ ਲਿਖੋ ਕਿ ਇਹਨਾਂ ਨੂੰ ਜਾਣ ਦਿਓ, ਇਹ ਜਾ ਕੇ ਆਪਣੇ ਦੇਸ਼ ਦੇ ਵਿੱਚ ਵਸਣ। ਔਰ ਉੱਥੇ ਦੇ ਲੋਕਾਂ ਨੂੰ ਦੱਸ ਦਿੱਤਾ ਕਿ ਜਿਹੜੇ ਟੈਕਸ ਦਾ ਪੈਸਾ ਉਹ ਤੁਸੀਂ ਸਾਰਾ ਇਹਨਾਂ ਨੂੰ ਦੇਣਾ ਤਾਂ ਕਿ ਆਪਣੇ ਸ਼ਹਿਰ ਤੇ ਆਪਣੇ ਮੰਦਿਰ ਨੂੰ ਦੁਆਰਾ ਉਸਾਰ ਸਕਣ। ਰਾਜਾ ਖੋਰਸ ਨੇ ਇਹ ਸਾਰਾ ਕੰਮ ਕਰ ਦਿੱਤਾ ਔਰ ਉੱਥੇ ਜਾ ਕੇ ਇਹਨਾਂ ਨੇ ਦੁਆਰਾ ਮੰਦਿਰ ਬਣਾਇਆ, ਇਹਨਾਂ ਨੇ ਦੁਆਰਾ ਸ਼ਹਿਰ ਵਸਾਇਆ, ਇਹਨਾਂ ਨੇ ਦੁਆਰਾ ਕੰਧਾਂ ਕੱਢੀਆਂ। ਮੁੜ ਕੇ ਇੱਕ ਤਰ੍ਹਾਂ ਦਾ ਇੱਕ ਨਵੀਂ ਲਹਿਰ ਫਿਰ ਚੱਲੀ। ਸੋ ਇਹ ਗੱਲਾਂ ਐਵੇਂ ਨਹੀਂ, ਇਹ ਆਪਾਂ ਇਤਿਹਾਸ ਦੇ ਵਿੱਚ ਗਾਂਹ ਜਾ ਕੇ ਪੂਰੀਆਂ ਹੁੰਦੀਆਂ ਦੇਖਣ। ਸੋ ਇੱਥੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਪ੍ਰਭੂ ਐਵੇਂ ਇੱਥੇ ਗੱਲਾਂ ਕਰਦਾ ਪਿਆ। ਐਬਸੋਲੂਟਲੀ ਨਾਟ। ਜਿਉਂਦੇ ਪਰਮੇਸ਼ਰ ਨੇ ਜੋ ਕਿਹਾ ਉਹ ਪੂਰਾ ਹੁੰਦਾ। ਉਹ ਆਪਣੇ ਨੇਮ ਦੇ ਕਾਰਨ ਭੱਜਿਆ। ਉਸਨੇ ਆਪਣਾ ਜਿਹੜਾ ਨੇਮ ਕੀਤਾ ਸੀਗਾ, ਅਸੀਂ ਪੜ੍ਹਦੇ ਸੀਗੇ ਕਿ ਅਬਰਾਹਮ ਦੇ ਨਾਲ ਉਸਨੇ ਨੇਮ ਬੰਨਿਆ। ਫਿਰ ਅਸੀਂ ਦੇਖਿਆ ਕਿ ਜੋ ਅਬਰਾਹਮ ਦੇ ਨਾਲ ਨੇਮ ਬੰਨਿਆ ਉਹੀ ਉਸਦੇ ਪੁੱਤਰ ਇਸਹਾਕ ਨੂੰ ਪ੍ਰਭੂ ਨੇ ਯਾਦ ਕਰਾਇਆ। ਫਿਰ ਜੋ ਇਸਹਾਕ ਨੇ ਦੇ ਨਾਲ ਨੇਮ ਬੰਨਿਆ ਉਹੀ ਉਸਦੇ ਪੁੱਤਰ ਯਾਕੂਬ ਨੂੰ ਉਹ ਨੇਮ ਉਸਨੇ ਯਾਦ ਕਰਾਇਆ। ਔਰ ਉਸਨੇ ਉਸ ਨੇਮ ਦੇ ਕਰਕੇ ਉਹ ਸਾਰੀ ਬਰਕਤ ਆਪਣੇ 12 ਪੁੱਤਰਾਂ ਨੂੰ ਦਿੱਤੀ। ਸੋ ਉਸਨੇ ਕਿਹਾ ਜਿਸ ਵੇਲੇ ਫਿਰ ਤੁਸੀਂ ਮੁੜ ਕੇ ਵਾਪਸ ਆਓਗੇ ਔਰ ਆਪਣਾ ਅਹੰਕਾਰ ਛੱਡੋਗੇ ਔਰ ਨਮਰਤਾ ਦੇ ਨਾਲ ਵਾਪਸ ਆਓਗੇ ਤਾਂ ਫਿਰ ਮੈਂ ਦੁਆਰਾ ਤੁਹਾਡੇ ਬਜ਼ੁਰਗਾਂ ਦੇ ਨਾਲ ਕੀਤੇ ਨੇਮ ਨੂੰ ਯਾਦ ਕਰਾਂਗਾ ਔਰ ਇੱਕ ਵਾਰ ਫਿਰ ਮੈਂ ਤੁਹਾਨੂੰ ਬਰਕਤ ਦਊਂਗਾ। Isn't that amazing? ਕਿੰਨੀ ਕਿਰਪਾ ਔਰ ਦਇਆ ਦੇ ਨਾਲ ਇਹ ਸਿਪਰੇ ਹੋ। ਨਾ ਹੁਣ ਜੇ ਮੈਂ ਉਹਦੀ ਛਾਇਆ ਦੇ ਵਿੱਚੋਂ ਨਿਕਲ ਕੇ ਆਪਣਾ ਰਸਤਾ ਆਪ ਫੜਨਾ ਤੇ ਫਿਰ ਮੈਂ ਸੜਨਾ ਹੀ ਆ ਨਾ। ਫਿਰ ਕੰਡੇ ਵੀ ਮੇਰੇ ਪੈਰਾਂ 'ਚ ਲੱਗਣੇ ਆ ਔਰ ਫਿਰ ਉਹਨਾਂ ਜਾਨਵਰਾਂ ਨੇ ਵੀ ਮੈਨੂੰ ਪੈਣਾ ਕਿਉਂਕਿ ਮੈਂ ਆਪਣਾ ਰਸਤਾ ਆਪ ਚੁਣਿਆ। ਮੈਂ ਪਰਮ ਪ੍ਰਧਾਨ ਦੀ ਛਤਰ ਛਾਇਆ ਦੇ ਥੱਲੇ ਆਪਣੇ ਆਪ ਨੂੰ ਕੱਢ ਲਿਆ। ਸੋ ਕਹਿੰਦਾ ਜਿਸ ਵੇਲੇ ਹੁਣ ਵਾਪਸ ਆਇਆ ਤੇ ਉਹ ਕਹਿ ਰਿਹਾ ਉਸਨੇ ਮੈਨੂੰ ਪਿਆਰ ਕੀਤਾ ਔਰ ਇਸ ਕਰਕੇ ਇਹ ਸਭ ਚੀਜ਼ਾਂ ਮੈਂ ਉਸਦੇ ਲਈ ਅਮੇਜ਼ਿੰਗ ਹੈ। 27वें ਚੈਪਟਰ ਚ ਆਪਾਂ ਲਾਂਗੇ। ਆਓ ਇਸ ਦੀਆਂ ਅਸੀਂ
ਇਸ ਦੀਆਂ 34 ਆਇਤਾਂ ਆਓ ਅਸੀਂ ਇਸ ਨੂੰ ਪੜ੍ਹ ਲਈਏ। ਹੁਣ ਅਸੀਂ ਸੁਖਣਾ ਵਗੈਰਾ ਦੇ ਬਾਰੇ ਸਾਰੀਆਂ ਚੀਜ਼ਾਂ ਦੇਖ ਵਿਧੀਆਂ ਦੇਖ। ਮੈਂ ਪੜ੍ਹਦਾ ਸੱਚ। ਹਾਂਜੀ ਹਾਂਜੀ। ਸੁਖਣਾ ਦੇ ਨਿਯਮ। ਪ੍ਰਭੂ ਨੇ ਮੂਸਾ ਨੂੰ ਕਿਹਾ, ਇਸਰਾਏਲੀ ਲੋਕਾਂ ਨੂੰ ਇਹ ਦੱਸ ਕੇ ਖਾਸ ਸੁਖਣਾ ਦੇ ਸੰਬੰਧ ਵਿੱਚ ਉਹ ਇਹਨਾਂ ਨਿਯਮਾਂ ਦੀ ਪਾਲਣਾ ਕਰਨ। ਉਹਨਾਂ ਸੁਖਨਾਵਾਂ ਦਾ ਮਾਪ ਤੋਂ ਇਸ ਤਰ੍ਹਾਂ ਠਹਿਰਾਈ। 20 ਸਾਲ ਤੋਂ ਲੈ ਕੇ 60 ਸਾਲਾਂ ਦੇ ਮਨੁੱਖ ਲਈ ਤੁਸੀਂ ਚਾਂਦੀ ਦੇ 50 ਸਿੱਕੇ ਮੰਦਰ ਦੇ ਮਾਪ ਅਨੁਸਾਰ ਰੱਖਣਾ। ਜੇਕਰ ਉਹ ਔਰਤ ਹੈ ਤਾਂ ਇਹ ਮੁੱਲ 30 ਸਿੱਕੇ ਹੋਵੇ, ਪਰ ਜੇਕਰ ਉਹ ਉਸ ਮਨੁੱਖ ਦੀ ਉਮਰ 5 ਸਾਲ ਹੈ ਤਾਂ ਆਦਮੀ ਦੇ ਲਈ 20 ਸਿੱਕੇ ਅਤੇ ਔਰਤ ਦੇ ਲਈ 10 ਸਿੱਕੇ। ਜੇਕਰ ਉਸ ਆਦਮੀ ਦੀ ਉਮਰ 1 ਮਹੀਨੇ ਤੋਂ 5 ਸਾਲ ਤੱਕ ਹੈ ਤਾਂ ਆਦਮੀ ਲਈ 5 ਸਿੱਕੇ, ਔਰਤ ਦੇ ਲਈ 3 ਸਿੱਕੇ। ਪਰ ਜੇਕਰ ਉਸ ਮਨੁੱਖ ਦੀ ਉਮਰ 60 ਸਾਲ ਜਾਂ ਇਸ ਤੋਂ ਵੱਧ ਹੈ ਤਾਂ ਆਦਮੀ ਦੇ ਲਈ 15 ਸਿੱਕੇ ਅਤੇ ਔਰਤ ਲਈ 10। ਪਰ ਜੇਕਰ ਸੁਖਣਾ ਸੁਖਣ ਵਾਲਾ ਮਨੁੱਖ ਗਰੀਬ ਹੈ ਤਾਂ ਉਹ ਇਸ ਦੱਸੇ ਮਾਪ ਅਨੁਸਾਰ ਨਹੀਂ ਦੇ ਸਕਦਾ ਤਾਂ ਉਸ ਨੂੰ ਪੁਰੋਹਿਤ ਕੋਲ ਲਿਆਂਦਾ ਜਾਵੇ ਅਤੇ ਉਹ ਉਸ ਮਨੁੱਖ ਨੂੰ ਜਾਂਚੇ ਅਤੇ ਉਸ ਦੀ ਯੋਗਤਾ ਅਨੁਸਾਰ ਉਸ ਦੀ ਸੁਖਣਾ ਦਾ ਮੁੱਲ ਠਹਿਰਾ ਦੇਵੇ। ਜੇਕਰ ਕੋਈ ਮਨੁੱਖ ਆਪਣੀ ਸੁਖਣਾ ਵਿੱਚ ਪ੍ਰਭੂ ਅੱਗੇ ਕਿਸੇ ਪਸ਼ੂ ਦੀ ਭੇਟ ਕਰਦਾ ਹੈ ਤਾਂ ਉਹ ਪਵਿੱਤਰ ਭੇਟ ਹੈ। ਇਸ ਲਈ ਉਹ ਆਪਣੀ ਭੇਟ ਦੇ ਬਦਲੇ ਵਿੱਚ ਕੋਈ ਹੋਰ ਚੀਜ਼ ਨਾ ਦੇਵੇ, ਚਾਹੇ ਉਹ ਚੰਗੀ ਚੀਜ਼ ਹੋਵੇ ਜਾਂ ਮੰਦੀ। ਪਰ ਜੇਕਰ ਉਹ ਕਿਸੇ ਪਸ਼ੂ ਦੀ ਥਾਂ ਦੂਜਾ ਪਸ਼ੂ ਭੇਟ ਕਰਨਾ ਚਾਹੇ ਤਾਂ ਉਹ ਦੋਵੇਂ ਪਸ਼ੂ ਪਹਿਲੇ ਤੇ ਦੂਜੇ ਇਕੱਠੇ ਭੇਟ ਕਰੇ, ਕਿਉਂਕਿ ਪ੍ਰਭੂ ਲਈ ਉਹ ਦੋਵੇਂ ਪਵਿੱਤਰ ਹਨ। ਪਰ ਜੇਕਰ ਪ੍ਰਭੂ ਅੱਗੇ ਭੇਟਾ ਕੀਤਾ ਪਸ਼ੂ ਅਸ਼ੁੱਧ ਹੈ ਤਾਂ ਉਹ ਉਸ ਪਸ਼ੂ ਨੂੰ ਪੁਰੋਹਿਤ ਕੋਲ ਲੈ ਕੇ ਆਵੇ। ਤਦ ਪੁਰੋਹਿਤ ਉਸ ਪਸ਼ੂ ਦਾ ਮੁੱਲ ਚੰਗੇ ਜਾਂ ਮੰਦੇ ਦੇ ਹਿਸਾਬ ਨਾਲ ਲਾਵੇ। ਅਤੇ ਜੇਕਰ ਪਸ਼ੂ ਦਾ ਮਾਲਕ ਉਸ ਪਸ਼ੂ ਨੂੰ ਵਾਪਸ ਲੈਣਾ ਚਾਹੇ ਤਾਂ ਉਹ ਉਸ ਦੇ ਮੁੱਲ ਤੋਂ 5ਵਾਂ ਹਿੱਸਾ ਵੱਧ ਦੇ ਕੇ ਉਸ ਨੂੰ ਲੈ ਸਕਦਾ ਹੈ। ਜੇਕਰ ਕੋਈ ਮਨੁੱਖ ਆਪਣਾ ਘਰ ਪ੍ਰਭੂ ਦੇ ਸਾਹਮਣੇ ਅਰਪਣ ਕਰੇ ਤਾਂ ਪੁਰੋਹਿਤ ਉਸ ਘਰ ਦੀਆਂ ਚੰਗੀਆਂ ਮੰਦੀਆਂ ਗੱਲਾਂ ਦੇਖ ਕੇ ਉਸ ਦਾ ਮੁੱਲ ਮੰਦਰ ਦੇ ਸਿੱਕੇ ਦੇ ਮੁੱਲ ਅਨੁਸਾਰ ਪਾਵੇ, ਤਾਂ ਘਰ ਦਾ ਮਾਲਕ ਉਸ ਦੇ ਮੁੱਲ ਤੋਂ 5ਵਾਂ ਹਿੱਸਾ ਵੱਧ ਦੇ ਕੇ ਉਸ ਨੂੰ ਵਾਪਸ ਖਰੀਦ ਸਕਦਾ ਹੈ। ਜੇਕਰ ਕੋਈ ਮਨੁੱਖ ਆਪਣੇ ਵਿਰਸੇ ਦੀ ਧਰਤੀ ਦਾ ਕੁਝ ਹਿੱਸਾ ਪ੍ਰਭੂ ਅੱਗੇ ਅਰਪਣ ਕਰਦਾ ਹੈ ਤਾਂ ਪੁਰੋਹਿਤ ਉਸ ਵਿੱਚ ਬੀਜੇ ਜਾਣ ਵਾਲੇ ਬੀਜ ਦੇ ਮੁੱਲ ਦੇ ਹਿਸਾਬ ਨਾਲ ਉਸ ਧਰਤੀ ਦਾ ਮੁੱਲ ਪਾਵੇ, ਅਰਥਾਤ 20 ਕਿਲੋ ਜਮਾਂ ਦੀ ਮੁੱਲ ਚਾਂਦੀ ਦੇ 10 ਸਿੱਕੇ। ਪਰ ਜੇਕਰ ਉਹ ਮਨੁੱਖ ਬਹਾਲੀ ਦੇ ਸਾਲ ਦੇ ਤੁਰੰਤ ਪਿੱਛੋਂ ਆਪਣਾ ਖੇਤ ਅਰਪਣ ਕਰੇ ਤਾਂ ਉਸ ਦਾ ਮੁੱਲ ਪੂਰਾ ਲਾਇਆ ਜਾਵੇ। ਪਰ ਜੇਕਰ ਉਸ ਬਹਾਲੀ ਦੇ ਸਾਲ ਦੇ ਕੁਝ ਸਾਲ ਦੇ ਪਿੱਛੋਂ ਆਪਣਾ ਖੇਤ ਅਰਪਣ ਕਰੇ ਤਾਂ ਪੁਰੋਹਿਤ ਬਾਕੀ ਬਚੇ ਸਾਲਾਂ ਦੇ ਹਿਸਾਬ ਨਾਲ ਉਸ ਦਾ ਮੁੱਲ ਲਾਵੇ। ਫਿਰ ਜੇਕਰ ਅਰਪਣ ਕਰਨ ਵਾਲਾ ਖੇਤ ਵਾਪਸ ਲੈਣਾ ਚਾਹੇ ਤਾਂ ਉਹ ਅਸਲ ਮੁੱਲ ਦਾ 5ਵਾਂ ਹਿੱਸਾ ਅਧਿਕ ਦੇ ਕੇ ਉਸ ਨੂੰ ਲੈ ਸਕਦਾ ਹੈ। ਪਰ ਜੇਕਰ ਉਹ ਵਾਪਸ ਨਾ ਲੈਣਾ ਚਾਹੇ ਤਾਂ ਉਸਨੇ ਪਹਿਲਾਂ ਹੀ ਕਿਸੇ ਹੋਰ ਨੂੰ ਵੇਚ ਦਿੱਤਾ ਹੈ ਤਾਂ ਉਸ ਖੇਤ ਨੂੰ ਵਾਪਸ ਨਹੀਂ ਖਰੀਦ ਸਕਦਾ ਹੈ। ਇਸ ਲਈ ਉਹ ਖੇਤ ਬਹਾਲੀ ਦੇ ਸਾਲ ਦੇ ਪਿੱਛੋਂ ਪ੍ਰਭੂ ਦੀ ਜਾਇਦਾਦ ਠਹਿਰੇਗਾ ਅਤੇ ਉਸ ਦਾ ਮਾਲਕ ਪੁਰੋਹਿਤ ਹੋਵੇਗਾ। ਪਰ ਜੇਕਰ ਕੋਈ ਮਨੁੱਖ ਕਿਸੇ ਤੋਂ ਖਰੀਦਿਆ ਹੋਇਆ ਖੇਤ ਜੋ ਉਸ ਦਾ ਆਪਣੇ ਵਿਰਸੇ ਦਾ ਨਹੀਂ ਹੈ ਪ੍ਰਭੂ ਦੇ ਅੱਗੇ ਭੇਟ ਕਰਦਾ ਹੈ ਤਾਂ ਪੁਰੋਹਿਤ ਬਹਾਲੀ ਦੇ ਸਾਲ ਤੋਂ ਪਹਿਲਾਂ ਦੇ ਬਚੇ ਸਾਲਾਂ ਦੇ ਹਿਸਾਬ ਨਾਲ ਉਸ ਖੇਤ ਦਾ ਮੁੱਲ ਪਾਵੇ ਅਤੇ ਉਹ ਮਨੁੱਖ ਉਸੇ ਦਿਨ ਉਹ ਮੁੱਲ ਦਾ ਪੈਸਾ ਭਰ ਦੇਵੇ ਜੋ ਪ੍ਰਭੂ ਦਾ ਹੋਵੇਗਾ। ਪਰ ਬਹਾਲੀ ਦੇ ਸਾਲ ਵਿੱਚ ਇਹ ਖੇਤ ਇਸ ਦੇ ਅਸਲੀ ਮਾਲਕ ਜਿਸ ਦਾ ਇਹ ਵਿਰਸੇ ਦਾ ਹੈ ਉਹਨੂੰ ਵਾਪਸ ਮੋੜ ਦਿੱਤਾ ਜਾਵੇਗਾ। ਇਹ ਸਭ ਠਹਿਰਾਏ ਮੁੱਲ ਮੰਦਰ ਦੇ ਸਿੱਕੇ ਦੇ ਮੋਲ ਦੇ ਆਧਾਰ ਤੇ ਪਾਏ ਜਾਣਗੇ। ਪਰ ਹਰ ਪਸ਼ੂ ਦਾ ਪਲੋਠਾ ਬੱਚਾ ਪ੍ਰਭੂ ਦਾ ਹੋਵੇਗਾ, ਇਸ ਲਈ ਉਹ ਸੁਖਣਾ ਦੇ ਲਈ ਨਾ ਵਰਤਿਆ ਜਾਵੇ, ਚਾਹੇ ਉਹ ਬਲਦ ਹੋਵੇ ਜਾਂ ਭੇਡ, ਕਿਉਂਕਿ ਉਹ ਪਹਿਲਾਂ ਹੀ ਪ੍ਰਭੂ ਦਾ ਹੈ। ਪਰ ਜੇਕਰ ਇਹ ਸ਼ੁੱਧ ਪਸ਼ੂ ਹੈ ਤਾਂ ਉਸ ਦਾ ਮਾਲਕ ਪੁਰੋਹਿਤ ਦੇ ਲਾਏ ਮੁੱਲ ਦੇ ਹਿਸਾਬ ਨਾਲ ਉਸ ਨੂੰ ਵਾਪਸ ਖਰੀਦ ਲਵੇ। ਪਰ ਜੇਕਰ ਅਸਲੀ ਮਾਲਕ ਉਸ ਪਸ਼ੂ ਨੂੰ ਵਾਪਸ ਨਾ ਖਰੀਦਣਾ ਚਾਹੇ ਤਾਂ ਪਸ਼ੂ ਉਸ ਦੇ ਲਾਏ ਮੁੱਲ ਤੇ ਹੀ ਕਿਸੇ ਦੂਜੇ ਨੂੰ ਵੇਚ ਦਿੱਤਾ ਜਾਵੇ। ਪਰ ਕੋਈ ਚੀਜ਼ ਵੀ ਜੋ ਕੋਈ ਮਨੁੱਖ ਇਸ ਵਾਰ ਪ੍ਰਭੂ ਦੇ ਅੱਗੇ ਸੁਖਣਾ ਵਿੱਚ ਦੇ ਦੇਵੇ, ਚਾਹੇ ਉਹ ਮਨੁੱਖ ਹੋਵੇ ਜਾਂ ਪਸ਼ੂ ਜਾਂ ਉਸ ਵਿਰਸੇ ਦਾ ਖੇਤ, ਉਹ ਵਾਪਸ ਨਾ ਲਿਆਇਆ ਜਾਵੇ, ਕਿਉਂਕਿ ਉਹ ਪ੍ਰਭੂ ਦਾ ਹੈ। ਇੱਥੋਂ ਤੱਕ ਮਨੁੱਖ ਵੀ ਇਸ ਤਰ੍ਹਾਂ ਪ੍ਰਭੂ ਦੇ ਅੱਗੇ ਸੁਖਣਾ ਵਿੱਚ ਦਿੱਤਾ ਗਿਆ ਹੋਵੇ ਵਾਪਸ ਖਰੀਦਿਆ ਨਾ ਜਾਵੇ, ਸਗੋਂ ਉਸ ਨੂੰ ਮਾਰ ਦਿੱਤਾ ਜਾਵੇ। ਤੁਹਾਡੀ ਧਰਤੀ ਦਾ ਹਰ ਤਰ੍ਹਾਂ ਦੇ ਫਲ ਜਾਂ ਫਸਲ ਦਾ 10ਵਾਂ ਹਿੱਸਾ ਪ੍ਰਭੂ ਦਾ ਹੈ ਜੋ ਪਵਿੱਤਰ ਹੈ। ਜੇਕਰ ਕੋਈ ਮਨੁੱਖ ਉਸ 10ਵੇਂ ਹਿੱਸੇ ਨੂੰ ਵਾਪਸ ਖਰੀਦਣਾ ਚਾਹੇ ਤਾਂ ਉਹ ਉਸ ਦੇ ਅਸਲੀ ਮੁੱਲ ਦੇ ਨਾਲ 5ਵਾਂ ਹਿੱਸਾ ਵੱਧ ਦੇ ਕੇ ਉਸ ਨੂੰ ਲੈ ਸਕਦਾ ਹੈ। ਤੁਹਾਡੇ ਇੱਜੜ ਜਾਂ ਚੌਣੇ ਦਾ ਹਰ 10ਵਾਂ ਜਾਨਵਰ ਵੀ ਪ੍ਰਭੂ ਦਾ ਹੈ ਜੋ ਪਵਿੱਤਰ ਹੈ। ਮਾਲਕ ਮਾੜਾ ਜਾਂ ਚੰਗਾ ਸੋਚ ਕੇ ਕਿਸੇ ਪਸ਼ੂ ਨੂੰ ਨਾ ਬਦਲੇ, ਨਹੀਂ ਤਾਂ ਪਹਿਲਾ ਪਸ਼ੂ ਅਤੇ ਬਦਲੇ ਜਾਣ ਵਾਲਾ ਦੋਵੇਂ ਹੀ ਪ੍ਰਭੂ ਦੇ ਹੋਣਗੇ ਜੋ ਵਾਪਸ ਨਹੀਂ ਖਰੀਦੇ ਜਾਣਗੇ, ਕਿਉਂਕਿ ਉਹ ਪਵਿੱਤਰ ਹਨ।
ਸੋ ਇਹ ਆਗਿਆਵਾਂ ਸਨ ਜੋ ਪ੍ਰਭੂ ਨੇ ਸੀਨੇ ਪਹਾੜ ਤੇ ਮੂਸਾ ਦੇ ਦੁਆਰਾ ਇਸਰਾਏਲੀ ਲੋਕਾਂ ਨੂੰ ਦਿੱਤੀਆਂ। ਆਮੀਨ। ਸੋ ਇਹ ਜਿਹੜਾ ਲਾ ਆ, ਜਿਹੜਾ ਸੰਵਿਧਾਨ ਆ, ਪ੍ਰਭੂ ਨੇ ਉਹਨਾਂ ਨੂੰ ਦਿੱਤਾ ਔਰ ਇਹ ਸਭ ਕੁਝ ਉਹਨਾਂ ਨੂੰ ਸੀਨੇ ਪਹਾੜ ਦੇ ਉੱਤੇ ਮਿਲਿਆ। ਸੋ ਜਿਹੜਾ ਹੁਣ ਆਖਰੀ ਚੈਪਟਰ ਅਸੀਂ ਦੇਖਿਆ, ਇਹ ਸਾਰਾ ਸੁਖਣਾ ਦੇ ਉੱਤੇ, ਜਿਹੜੇ ਲੋਕ ਸੁਖਣਾ ਸੁਖ ਲਏ, ਜਿੱਦਾਂ ਕਿ ਪ੍ਰਭੂ ਨੇ ਬਰਕਤ ਦਿੱਤੀ ਆ, ਉਸਨੇ ਪ੍ਰਭੂ ਤੋਂ ਕੁਛ ਮੰਗਿਆ ਕਿ ਪ੍ਰਭੂ ਤੂੰ ਬਰਕਤ ਦੇਂਗਾ ਤਾਂ ਮੈਂ ਜਿਹੜਾ ਜਾਨਵਰ ਆ ਜਾਂ ਚੀਜ਼ ਆ ਇਹ ਮੈਂ ਤੇਰੇ ਲਈ ਲੈ ਕੇ ਆਵਾਂ। ਔਰ ਅਗਰ ਮੰਨ ਲਓ ਕਿ ਭੇਡਾਂ ਦੇ ਵਿੱਚ ਪ੍ਰਭੂ ਨੇ ਉਸਨੇ ਕਿਹਾ, ਉਸਨੇ ਕੋਈ ਜਾਨਵਰ ਦੇਖਿਆ ਜਿਹੜਾ ਬਹੁਤ ਸੁੰਦਰ ਆ, ਉਸਨੇ ਕਿਹਾ ਇਹ ਮੈਂ ਆਪਣੇ ਪ੍ਰਭੂ ਨੂੰ ਦਊਂਗਾ। ਸੋ ਪ੍ਰਭੂ ਕੀ ਕਹਿ ਰਿਹਾ, ਤੇ ਇਹ ਨਾ ਹੋਵੇ ਕਿ ਕੱਲ ਨੂੰ ਉਹ ਜਾਨਵਰ ਹੋਰ ਤਕੜਾ, ਸੋਹਣਾ, ਚੰਗੀ ਕੀਮਤ ਵਾਲਾ ਹੋ ਜਾਵੇ ਔਰ ਤੂੰ ਆਪਣਾ ਮਨ ਬਦਲ ਲੈ ਔਰ ਤੂੰ ਕਹੇ ਮੈਂ ਇਹ ਤਾਂ ਨਹੀਂ ਦੇਣਾ ਪਰ ਦੇ ਦੇਣਾ, ਫਿਰ ਤੈਨੂੰ ਦੋਨੇ ਹੀ ਦੇਣੇ ਪੈਣਗੇ। ਸੋ ਤੂੰ ਆਪਣਾ ਮਨ ਨਾ ਬਦਲਣਾ। ਇਹ ਅਸੀਂ ਕੀ ਦੇਖਿਆ, ਕਿਉਂਕਿ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਇਹ ਜਿਹੜੇ ਰੂਲ ਤੇ ਰੈਗੂਲੇਸ਼ਨਸ ਆ, ਇਹ ਅਸੀਂ ਆਪਣੇ ਜਿਹੜੇ ਸਾਡੇ ਭੈਣ ਭਰਾ, ਮੁਸਲਿਮ ਭੈਣ ਭਰਾ, ਉਹਨਾਂ ਦੇ ਵਿੱਚ ਵੀ ਦੇਖਦੇ ਪਏ, ਕਿਉਂਕਿ ਉਹ ਇਸ਼ਮਾਇਲੀਆਂ ਤੋਂ, ਜਿਹੜਾ ਇਸ਼ਮਾਇਲ ਸੀ ਉਸਦਾ ਪੁੱਤਰ, ਉਹਦੇ ਤੋਂ ਜਨਰੇਸ਼ਨਾਂ ਚੱਲੀਆਂ ਆ, ਉਹਨਾਂ ਵਿੱਚ ਵੀ ਅਸੀਂ ਕੁਛ ਹਿੱਸੇ ਦੇਖਦੇ ਪਏ ਹਾਂ। ਸੋ ਉਹ ਵੀ ਜਿਸ ਲਈ ਜਾਨਵਰ ਪਾਲਦੇ ਆ ਪ੍ਰਭੂ ਦੇ ਲਈ, ਮੈਂ ਤੁਹਾਨੂੰ ਦਿਖਾਇਆ ਸੀ ਕਿ ਕਿਸ ਤਰ੍ਹਾਂ ਉਹ ਜਿਹੜਾ ਮੁੰਡਾ ਆ ਉਸਨੇ ਲਾਇਸੈਂਸ ਲਿਆ, ਮਿਹਨਤ ਕੀਤੀ, ਫਿਰ ਉਸਨੇ ਉਹ ਛੋਟਾ ਜਿਹਾ ਬੱਚਾ ਲਿਆਂਦਾ, ਛੋਟਾ ਜਿਹਾ ਲੇਲਾ ਲਿਆਂਦਾ, ਉਸਨੂੰ ਪਾਲਿਆ, ਉਹ ਵੀ ਏਦਾਂ ਘੱਟ ਟੱਪਦਾ ਫਿਰਦਾ ਜਿੱਦਾਂ ਕਿਤੇ ਉਹ ਉਸ ਘਰ ਦਾ ਪ੍ਰਧਾਨ ਹੁੰਦਾ ਹੈ। ਤੇ ਉਹ ਉਸਦੀ ਹੁਣ ਉਸਨੇ ਉਹ ਸੁੱਖਿਆ ਹੈ, ਈਦ ਦੇ ਲਈ ਸੁੱਖਿਆ, ਲੇਕਿਨ ਉਹਦਾ ਦਿਲ ਫਟਦਾ ਕਿਉਂਕਿ ਉਹਨੂੰ ਬੱਚਿਆਂ ਵਾਂਗੂ ਪਾਲਿਆ ਹੈ। ਉਹ ਜਿਹੜਾ ਬਾਹਰ ਜਿਹੜੇ ਖਰੀਦ ਕੇ ਲਿਆਉਂਦੇ ਆ ਤੇ ਵੱਡੀਆਂ ਵੱਡੀਆਂ ਬਲੀਆਂ ਦਿੰਦੇ ਆ, ਉਹਨਾਂ ਨੂੰ ਕੋਈ ਫਰਕ ਨਹੀਂ, ਉਹਨਾਂ ਨੂੰ ਉਹ ਜਾਨਵਰ ਪਾਲਿਆ ਥੋੜੋ ਆ। ਉਹਨਾਂ ਨੇ ਈਦ ਤੋਂ 4 ਦਿਨ ਪਹਿਲਾਂ ਉਸਨੂੰ ਮੁੱਲ ਲਿਆ ਔਰ ਫਿਰ ਉੱਥੇ ਹੀ ਜਿਹੜੇ ਹੈਗੇ ਆ, ਉੱਥੇ ਹੈਗੇ ਜਿੱਥੇ ਤੁਸੀਂ ਬੰਨ ਸਕਦੇ ਆ ਜਾ ਕੇ, ਉਹ ਆਪੇ ਉਹ ਵੀ ਦੇਖਭਾਲ ਕਰਦੇ, ਉਹ ਨਲਾਉਂਦੇ ਆ, ਸਾਰਾ ਕੁਛ ਕਰਦੇ ਆ। ਈਦ ਵਾਲੇ ਦਿਨ ਉਹ ਜਾ ਕੇ ਉਸਦੀ ਕੁਰਬਾਨੀ ਦੇ ਦਿੰਦੇ, ਮੀਟ ਵੰਡ ਦਿੰਦੇ ਆ, ਲੋਕਾਂ ਨੂੰ ਕੁਛ ਖਾ ਲੈਂਦੇ, ਕੁਛ ਵੰਡ ਦਿੰਦੇ। ਔਰ ਫਿਰ ਜਿੱਦਾਂ ਕਿ ਉਹ ਕਹਿੰਦੇ ਕਿ ਇਸ ਦੀ ਸਾਨੂੰ ਪ੍ਰਭੂ ਬਰਕਤ ਦੇਗਾ, ਉਹਨਾਂ ਨੂੰ ਫਰਕ ਨਹੀਂ ਪੈਂਦਾ। ਤਾਂ ਇਸ ਦੀਆਂ ਮੁੰਡੇ ਦੀਆਂ ਜਿੱਦਾਂ ਕਿ ਬਾਅਦ ਦੇ ਵਿੱਚ ਮੂਵੀਆਂ ਦੇਖਦਾ ਪਿਆ, ਜਿਸ ਲਈ ਉਸਨੂੰ ਕੁਰਬਾਨ ਕਰ ਦਿੱਤਾ ਗਿਆ, ਜਿਸ ਲਈ ਉਸ ਦਾ ਜਿਹੜਾ ਮਾਸ ਆ ਉਹ ਜਗ੍ਹਾ ਜਗ੍ਹਾ ਦੇ ਵਿੱਚ ਵੰਡ ਦਿੱਤਾ ਗਿਆ, ਜੋ ਘਰਦਿਆਂ ਨੇ ਬਣਾਇਆ। ਕਿਸੇ ਦੇ ਅੰਦਰ ਨਿਵਾਲਾ ਨਹੀਂ ਲੰਘਿਆ, ਕਿਸੇ ਦੇ ਅੰਦਰ ਸਿਰਫ ਜੋ ਉਹਨਾਂ ਨੇ ਇੱਕ ਪ੍ਰਸ਼ਾਦ ਦੇ ਵਾਂਗੂ ਥੋੜਾ ਥੋੜਾ ਜੋ ਖਾਣਾ ਸੀ ਉਹਨਾਂ ਨੇ ਉਹ ਖਾਧਾ, ਲੇਕਿਨ ਕਿਸੇ ਦੇ ਅੰਦਰ ਨਿਵਾਲਾ ਨਹੀਂ, ਸਾਰੇ ਟੱਬਰ। ਸੋ ਇਹ ਚੀਜ਼ ਪ੍ਰਭੂ ਕਿ ਜਿਸ ਲਈ ਪਿਆਰ ਹੋਵੇ ਤੇਰਾ ਮੇਰੇ ਨਾਲ, ਜਿਸ ਲਈ ਕੋਈ ਚੀਜ਼ ਤੁਝੇ ਸੁਖਣਾ ਸੁਖੇ, ਤਾਂ ਫਿਰ ਤੂੰ ਉਸਨੂੰ ਅੰਤ ਤੱਕ ਪੂਰਾ ਕਰੇ, ਉਸਨੂੰ ਅੰਤ ਤੱਕ ਪੂਰਾ ਕਰੇ। ਪਰ ਪੈਸੇ ਦੀ ਪ੍ਰਭੂ ਨੇ ਉਹਨਾਂ ਦੀਆਂ ਬੰਨ ਦਿੱਤੀਆਂ ਕਿ ਇਸ ਤੋਂ ਜ਼ਿਆਦਾ ਤੁਸੀਂ ਨਹੀਂ ਕਰ ਸਕਦੇ, ਦਿਖਾਵਾ ਨਹੀਂ ਮੇਰੇ ਘਰ ਚ ਹੋਣਾ ਚਾਹੀਦਾ। ਉਮਰਾਂ ਬੰਨ ਦਿੱਤੀਆਂ ਕਿ ਇੰਨੀ ਉਮਰ ਦੇ ਲਈ ਇੰਨਾ, ਇੰਨੀ ਉਮਰ ਵਾਲੇ ਦੇ ਲਈ ਇੰਨਾ। ਅਗਰ ਕੋਈ ਬਹੁਤ ਜ਼ਿਆਦਾ ਅਮੀਰ ਆ ਤੇ ਉਹਨਾਂ ਦੇ ਲਈ ਵੀ ਪ੍ਰਭੂ ਨੇ ਕੈਪ ਬੰਨ ਦਿੱਤੀ ਕਿ ਇਸ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ। ਅਗਰ ਬਹੁਤ ਗਰੀਬ ਆ ਤੇ ਪ੍ਰਭੂ ਨੇ ਉਸਦੇ ਲਈ ਵੀ ਕਹਿਤਾ, ਜਿੱਦਾਂ ਉੱਥੇ ਕਿਹਾ ਸੀ ਕਿ ਜੇ ਉਹ ਲੇਲਾ ਨਹੀਂ ਲਿਆ ਸਕਦਾ ਤਾਂ ਕਬੂਤਰ ਲਿਆਵੇ, ਜੇ ਕਬੂਤਰ ਨਹੀਂ ਲਿਆ ਸਕਦਾ ਤਾਂ ਆਟੇ ਦੀ ਮੁੱਠ ਲਿਆਵੇ, ਉਹ ਹੀ ਬਹੁਤ। ਪਰ ਆਪਣੇ ਮਨ ਦੇ ਨਾਲ ਲੈ ਕੇ ਆਏ। ਇੱਥੇ ਵੀ ਪ੍ਰਭੂ ਨੇ ਸਾਰੀਆਂ ਸੁਖਨਾਵਾਂ ਦੇ ਬਾਰੇ ਇਹ ਚੀਜ਼ਾਂ ਉਹਨਾਂ ਨੂੰ ਦੱਸ ਦਿੱਤੀਆਂ ਕਿ ਤੁਸੀਂ ਨਾ ਤਾਂ ਮੇਰੇ ਘਰ ਦੇ ਵਿੱਚ ਦਿਖਾਵਾ ਕਰਨਾ, ਪਰ ਨਾ ਤੁਸੀਂ ਜਿਹੜੀ ਚੀਜ਼ ਸੁਖਿਓ ਆ ਉਸਨੂੰ ਆਪਣੇ ਮਨ ਦੇ ਲਾਲਚ ਦੇ ਵਿੱਚ ਆਉਣ ਦੇਣਾ। ਸੋ ਤੁਸੀਂ ਆਪਣੇ ਕਹੇ ਹੋਏ, ਪਰ ਜੇ ਜਾਨਵਰ ਤੁਸੀਂ ਸੁਖਿਆ, ਤੁਸੀਂ ਉਹ ਬੱਚਾ ਪੈਦਾ ਹੋਇਆ ਸੁਖਿਆ, ਉਹ ਅਸ਼ੁੱਧ ਦਾ ਮਤਲਬ ਕੀ, ਉਹਦੇ ਸੱਟ ਲੱਗ ਗਏ,
ਉਹਦੇ ਨਿਸ਼ਾਨ ਪੈ ਗਏ, ਉਹਨੇ ਜ਼ਖਮ ਕਰ ਲਿਆ, ਉਹਨੇ ਸਿੰਘ ਤੋੜ ਲਿਆ, ਤੇ ਫਿਰ ਉਹ ਅਸ਼ੁੱਧ ਜਾਣ ਗਿਆ। ਫਿਰ ਤੁਸੀਂ ਉਸ ਨੂੰ ਲਿਆ ਕੇ ਪੁਰੋਹਿਤ ਨੂੰ ਦਿਖਾਓ, ਔਰ ਜੇ ਪੁਰੋਹਿਤ ਕਵੇ ਕਿ ਹਾਂ ਇਹਦੇ 4 ਸਿੱਕੇ ਆ, ਇਹਦੀ ਕੀਮਤ, ਤਾਂ ਤੁਸੀਂ ਉਸ ਨੂੰ ਕਹੋ ਕਿ 4 ਸਿੱਕੇ ਤੂੰ ਕੀਮਤ ਰੱਖੀ ਆ, 5ਵਾਂ ਹਿੱਸਾ ਜ਼ਿਆਦਾ ਦੇ ਕੇ ਤੇ ਉਸ ਨੂੰ ਤੁਸੀਂ ਵਾਪਸ ਲਿਆ ਸਕਦੇ, ਪਰ ਤੁਹਾਡੀ ਸੁਖਨਾ ਪੂਰੀ ਹੋ, ਤੁਹਾਡੀ ਸੁਖਨਾ ਪੂਰੀ। ਸੋ ਕਹਿਣ ਦਾ ਕੀ ਮਤਲਬ ਹੈ ਕਿ ਮੇਰੇ ਵਿੱਚ ਤੇ ਤੁਹਾਡੇ ਵਿੱਚ ਜਿਹੜਾ ਰਿਸ਼ਤਾ ਆ ਉਹ ਸਾਫ਼ ਰਹਿਣਾ ਚਾਹੀਦਾ, ਉਸ ਦੇ ਵਿੱਚ ਕਿਸੇ ਤਰ੍ਹਾਂ ਦੀ ਮਕਾਰੀ ਨਹੀਂ ਆਉਣੀ ਚਾਹੀਦੀ, ਕਿਸੇ ਤਰ੍ਹਾਂ ਦਾ ਤੁਸੀਂ ਉਸ ਦੇ ਵਿੱਚ ਆਪਣਾ ਮੁਨਾਫਾ ਨਹੀਂ ਤੱਕਣਾ। ਜਿਹੜਾ ਤੁਹਾਡਾ ਤੇ ਮੇਰਾ ਜਿਹੜਾ ਰਿਸ਼ਤਾ ਆ ਉਹ ਬਰਕਤ ਵਾਲਾ ਰਹੇਗਾ। ਪਰ ਫਿਰ ਪ੍ਰਭੂ ਪਰਮੇਸ਼ਵਰ ਨੇ ਇਹਨਾਂ ਨੂੰ ਦਸਵੰਧ ਦਾ ਜਿਹੜਾ ਉਹ ਹੁਕਮ ਦਿੱਤਾ। ਹੁਣ ਜੇ ਕਿਸੇ ਕੋਲ ਮੰਨ ਲਓ ਕਿ ਪ੍ਰਭੂ ਨੇ ਉਸ ਸਾਲ ਉਸ ਬੰਦੇ ਨੂੰ 500 ਲੇਲੇ ਦਿੱਤੇ, ਉਹਦੇ ਇੱਜੜ ਦੇ ਵਿੱਚ 500 ਲੇਲੇ ਪ੍ਰਭੂ ਨੇ ਦਿੱਤੇ, ਇਹਨਾਂ ਵਿੱਚੋਂ 50 ਪ੍ਰਭੂ ਨੇ, ਉਹਨਾਂ ਦੀ ਕੀਮਤ ਭਰ ਸਕਦਾ, ਆਪਣੇ ਇੱਜੜ 'ਚ ਰੱਖ ਸਕਦਾ, ਪਰ ਉਹ ਔਰ ਫਸਲ ਦਾ ਜਿਹੜਾ 10ਵਾਂ ਹਿੱਸਾ ਉਹ ਪ੍ਰਭੂ। ਕਿਉਂ? ਕਿਉਂਕਿ ਜਿਸ ਵੇਲੇ ਤੁਹਾਡੇ ਕੋਲ ਚੀਜ਼ਾਂ ਇਹ ਹੋ ਰਹੀਆਂ ਤੇ ਬਹੁਤ ਸਾਰੀ ਜਿਹੜੀ ਕਮਿਊਨਿਟੀ ਆ ਉਹ ਗਰੀਬ ਵੀ ਹੈ, ਬਹੁਤ ਸਾਰੇ ਐਸੇ ਬੱਚੇ ਜਿਹੜੇ ਅਨਾਥ ਆ, ਬਹੁਤ ਸਾਰੀਆਂ ਵਿਧਵਾਵਾਂ ਆ, ਬਹੁਤ ਸਾਰੇ ਕੋੜੀ ਆ ਤੇ ਬਹੁਤ ਸਾਰੇ ਬਿਮਾਰ ਆ। ਸੋ ਉਸ ਵੇਲੇ ਉਹਨਾਂ ਨੂੰ ਜਿਹੜਾ ਸਭ ਕੁਛ ਆ ਉਹ ਮੰਦਰ, ਜਿਹੜਾ ਜਿੰਨੀਆਂ ਵੀ ਸੋਸ਼ਲ ਸਰਵਿਸਿਜ਼ ਆ ਉਹ ਸਾਰੀਆਂ ਮੰਦਰ ਤੋਂ ਪ੍ਰੋਵਾਈਡ ਕੀਤੀਆਂ ਜਾਂਦੀਆਂ। ਮੰਦਰ ਇੱਕ ਹਸਪੀਟਲ ਵੀ ਹੈ, ਮੰਦਰ ਇੱਕ ਉਹਨਾਂ ਨੇ ਉਹ ਬਜ਼ੁਰਗ ਜਿਨ੍ਹਾਂ ਦੇ ਬੱਚੇ ਜਿਹੜੇ ਉਹ ਹੈ ਨਹੀਂ ਜਾਂ ਉਹਨਾਂ ਨੂੰ ਨਹੀਂ ਸਾਂਭਦੇ ਪਏ, ਉਹ ਵੀ ਮੰਦਰ ਦੀ ਰਿਸਪੌਂਸਿਬਿਲਿਟੀ ਆ। ਜਿਹੜੇ ਉਹਨਾਂ ਦੇ ਵਿੱਚ ਜਿਹੜੇ ਫੌਜੀ ਆ ਜਿਹੜੇ ਮਰ ਗਏ ਆ, ਉਹਨਾਂ ਦੀਆਂ ਵਿਧਵਾਵਾਂ ਔਰ ਉਹਨਾਂ ਦੀਆਂ ਬੱਚਿਆਂ ਦੀ ਰਿਸਪੌਂਸਿਬਿਲਿਟੀ ਵੀ ਮੰਦਰ ਦੀ ਆ। ਇਸ ਕਰਕੇ ਇਹ ਸਾਰੀਆਂ ਚੀਜ਼ਾਂ ਮੰਦਰ ਦੇ ਵਿੱਚ ਜਾਂਦੀਆਂ ਸੀ ਔਰ ਉੱਥੋਂ ਇਹ ਵੰਡ ਹੁੰਦੀਆਂ ਸੀ। ਉਸ ਦੇ ਨਾਲ ਸਾਰੀ ਕਮਿਊਨਿਟੀ ਦੀ ਸੰਭਾਲ ਕੀਤੀ ਜਾਂਦੀ ਸੀ। ਮੈਂ ਪ੍ਰਭੂ ਦਾ ਸ਼ੁਕਰ ਕਰਦੇ ਹਾਂ ਕਿ ਅਸੀਂ ਅੱਜ ਇਸ ਪੋਥੀ ਨੂੰ ਫਿਨਿਸ਼ ਕਰ ਸਕੇ। ਕੱਲ ਤੋਂ ਅਸੀਂ ਗਿਣਤੀ ਨੂੰ ਸ਼ੁਰੂ ਕਰਾਂਗੇ, ਲੇਕਿਨ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਕਹੂੰਗਾ ਕਿ ਅਗਰ ਤੁਸੀਂ ਕੀ ਕੁਝ ਸਿੱਖਿਆ ਹੁਣ ਤੱਕ। ਅਸੀਂ 4 ਪਹਿਲੀਆਂ ਪੋਥੀਆਂ ਪੜ੍ਹ ਚੁੱਕੇ ਹਾਂ, ਨਹੀਂ ਸੌਰੀ 3 ਪੜ੍ਹ ਚੁੱਕੇ ਹਾਂ। 3 ਪੋਥੀਆਂ ਦੇ ਵਿੱਚ ਕੀ ਕੁਝ ਸਿੱਖਿਆ, ਕੀ ਨਵੀਆਂ ਚੀਜ਼ਾਂ ਸਿੱਖੀਆਂ, ਕਿਹੜੀ ਚੀਜ਼ ਆ ਜਿਹੜੀ ਨਹੀਂ ਪਤਾ ਲੱਗੀ। ਸੋ ਕੱਲ ਨੂੰ ਥੋੜੀ ਜਿਹੀ ਅਸੀਂ ਆਪਾਂ ਉਹਦੇ ਤੇ ਗੱਲਬਾਤ ਕਰਾਂਗੇ ਔਰ ਫਿਰ ਆਪਾਂ ਗਿਣਤੀ ਦੀ ਜਿਹੜੀ ਪੋਥੀ ਆ ਉਸ ਨੂੰ ਸ਼ੁਰੂ ਕਰਾਂਗੇ, ਕਿਉਂਕਿ ਹੁਣ ਪ੍ਰਭੂ ਨੇ ਨੇਮ ਉਹਨਾਂ ਨੂੰ ਸਾਰਾ ਦੇ ਦਿੱਤਾ ਤੇ ਹੁਣ ਉਹਨਾਂ ਨੇ ਉੱਠ ਕੇ ਗਾਂ ਨੂੰ ਤੁਰਨਾ, ਉਹਨਾਂ ਨੇ ਉੱਠ ਕੇ ਜਰਦਨ ਦਰਿਆ ਵੱਲ ਨੂੰ ਤੁਰਨਾ। ਉਹਨਾਂ ਦੀ ਯਾਤਰਾ ਜਿਹੜੀ ਆ ਉਹ ਦੁਬਾਰਾ ਸ਼ੁਰੂ ਹੋਣੀ। ਪ੍ਰਭੂ ਜੀ ਤੇਰਾ ਬਹੁਤ ਸ਼ੁਕਰ ਕਰਦੇ ਹਾਂ ਸਮੇਂ ਦੇ ਲਈ ਜਿਹੜਾ ਤੂੰ ਸਾਨੂੰ ਬਖਸ਼ਿਆ, ਤੇਰੀ ਦਇਆ, ਤੇਰੇ ਰਹਿਮ, ਤੇਰੇ ਪਿਆਰ ਦੇ ਨਾਲ ਮਿਲਿਆ। ਅਸੀਂ ਪ੍ਰਭੂ ਜੀ ਤੇਰਾ ਸ਼ੁਕਰ ਕਰਦੇ ਹਾਂ ਕਿ ਤੂੰ ਸਾਨੂੰ ਇਸ ਸਾਰੇ ਸਮੇਂ ਦੇ ਵਿੱਚ ਖੁਦਾਵੰਦ ਇਸ ਯਾਤਰਾ ਦੇ ਵਿੱਚ ਤੂੰ ਸਾਡੇ ਨਾਲ ਰਿਹਾ। ਪ੍ਰਭੂ ਜੀ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਸੀ ਜਿਹੜੀਆਂ ਬਿਲਕੁਲ ਨਵੀਆਂ ਸੀ, ਮੇਰੇ ਲਈ ਨਵੀਆਂ ਸੀ। ਔਰ ਪ੍ਰਭੂ ਜੀ ਤੂੰ ਤੇਰੇ ਵਚਨ ਨੇ ਮੈਨੂੰ ਹੈਰਾਨ ਕਰ ਦਿੱਤਾ। ਤੇਰੀ ਸੱਚਮੁੱਚ ਤੂੰ ਆਪਣੀ ਦਇਆ ਦੇ ਨਾਲ ਹਰ ਵਾਰੀ ਸਾਨੂੰ ਨਵਾਂ ਮੰਨਣਾ ਇਸ ਦੇ ਵਿੱਚੋਂ ਪ੍ਰਭੂ ਜੀ ਮਿਲਦਾ, ਨਵੀਆਂ ਚੀਜ਼ਾਂ ਮਿਲਦੀਆਂ ਜਿਹੜੀਆਂ ਅਸੀਂ ਪਹਿਲਾਂ ਦੇਖੀਆਂ ਵੀ। ਸੋ ਖੁਦਾਵੰਦ ਮੈਂ ਤੇਰਾ ਸ਼ੁਕਰ ਕਰਦਾ, ਮੈਂ ਵੀ ਤੇਰਾ ਸ਼ੁਕਰ ਕਰਦਾ। ਮੈਂ ਆਪਣੇ ਭੈਣ ਭਰਾਵਾਂ ਦੇ ਲਈ ਸ਼ੁਕਰ ਕਰਦਾ ਖੁਦਾਵੰਦ ਜੋ ਇਸ ਸਟੱਡੀ ਦੇ ਵਿੱਚ ਜੁੜਦੇ ਆ, ਜਿਨ੍ਹਾਂ ਦੇ ਕਾਰਨ ਖੁਦਾਵੰਦ ਮੇਰੇ ਤੇ ਵੀ ਰਹਿਮ ਹੁੰਦੀ ਹੈ, ਮੇਰੇ ਵੀ ਹੱਥ ਮਿੱਠੇ ਸਭ ਨੂੰ ਬਰਕਤ ਦੇ, ਬੱਚਿਆਂ ਨੂੰ ਬਰਕਤ ਦੇ। ਪਿਆਰੇ ਪ੍ਰਭੂ
तेरी दया तेरे रहम तेरी कुदरत साडे बच्चों के नाल बनी रहे, जो बड़े हो रहे हैं खुदावन, जो बड़े हो चुके हैं। कईयां दे जीवन साथी प्रभु जी तू बख्श दिते आ, कईयां दे प्रभु जी तू बख्श रहा आ, छोटियां नूं अपनी अपनी ताकत दे विच अगे वधा रहा खुदावन। तेरे वचन दे विच जिस तरह लिखा कि तू संतानां तो लैके संतानां तक तू वफादार आ। और असीं इत्थे भी देखा खुदावन के बाबे तेरे रस्ते ते चले पर बेटे नहीं चले, और पोते नहीं चले पर फिर पड़पोतियां ने प्रभु जी तेरे रस्ते नूं द्वारा चुनिया और तू मुड़ के फिर उन्नी बरकत देती। प्यारे प्रभु तू कितना वफादार परमेश्वर। जिस तरह तेरे वचन दे विच लिखा कि जो परम प्रधान दी छां दे थल्ले चलदा उन्हां दे लई ये सारियां बरकतां। सो प्रभु जी सानू तू अपने उस छां दे थल्ले तू सानू चलण दी ताकत दे, सानू बुद्ध दे के रख के असीं प्रभु जी तेरे रस्तियां ते चल। जब तक असीं दुआरा मिलिए प्रभु जी तेरी रहम तेरी दया तेरियां बरकतां साडे सब दे नाल बणियां, तेरी शांति तेरा आराम साडे साथ बणियां। बुरे और बुराई तो बचा के रखी, अपनी नजदीकी दे विच बना के रखी, मसीह यीशु दे मिठे और प्यारे नाम च सारे भैन भरा कहन ब्लेस यू। कल नूं मिलांगे, कल नूं आपां गिनती तो शुरू करांगे और उत्थों आपां देखांगे कि हुण अगे जिसले प्रभु उन्हां नूं लैके जा रहा किस तरह प्रभु बरकतां दे रहा और उस तरह